ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਨਾਹੀ ਕਛਉ ਨਹੀਂ ਕਿਛ ਆਹਿ ਨਾ ਮੋਰਾ। ਅਵਸਰ ਲੱਜਾ ਰਾਖ ਲੇਹੋ ਸਦਨਾ ਜਨ ਤੋਰਾ। ਜਾਗਤ ਜੋਤ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਵਿਖੇ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਹਾਜ਼ਰੀਆਂ ਭਰ ਰਹੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋ, ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਦੇ ਦਰਬਾਰ ਵਿੱਚ ਚੱਲ ਰਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤੁਰਕੀ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਵਿੱਚ ਪੰਚਮ ਗੁਰੂਦੇਵ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਥਿਤੀ ਗੌੜੀ ਦੇ ਅੰਮ੍ਰਿਤ ਬਚਨ ਗੁਰੂ ਸਵਾਰੇ ਸਤਿਕਾਰਿਤ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ ਸਾਨੂੰ ਸ਼ਰਵਣ ਕਰਾ ਰਹੇ ਸੀ। ਗੁਰੂਦੇਵ ਪਿਤਾ ਨੇ ਇਸ ਅੰਮ੍ਰਿਤ ਬਚਨ ਦੇ ਰਾਹੀਂ ਸਾਨੂੰ ਗੁਰੂ ਦਰ 'ਤੇ ਆਉਣ ਵਾਲਿਆਂ ਨੂੰ ਸੁਚੇਤ ਕੀਤਾ ਹੈ। ਭਾਈ, ਜੇ ਇਸ ਮਨੁੱਖਾਂ ਦੀ ਭੀੜ ਵਿੱਚੋਂ ਨਿਕਲ ਕੇ ਸਿੱਖ ਸੇਵਕ ਰੂਪ ਦੇ ਵਿੱਚ ਮੇਰੇ ਕੋਲ ਚੱਲ ਕੇ ਆਏ ਹੋ ਤਾਂ ਕੁਛ ਵਿਸ਼ੇਸ਼ ਕਿਸਮ ਦੀ ਚੇਤਨਾ, ਧਿਆਨ, ਸੁਚੇਤਤਾ, ਸਾਵਧਾਨਤਾ ਮੇਰੇ ਕੋਲ ਬੈਠ ਕੇ ਗ੍ਰਹਿਣ ਕਰਨੀ ਸਿੱਖੋ। ਅਚੇਤ ਹੋ ਕੇ, ਲਾਪਰਵਾਹ ਹੋ ਕੇ ਜੀਵਿਆ ਜੀਵਨ ਤੁਹਾਨੂੰ ਆਨੰਦਮਈ ਸੁਖਾਵੇਂ ਨਤੀਜਿਆਂ ਦਾ ਅਧਿਕਾਰੀ ਨਹੀਂ ਬਣਾ ਸਕਦਾ। ਸਾਡੀ ਮਨੁੱਖ ਕਹਾਉਣ ਵਾਲਿਆਂ ਦੀ ਆਤਮਾ, ਰੂਹ, ਜਿਸ ਦੇ ਬਾਰੇ ਅਨੁਭਵੀ ਪੁਰਸ਼ ਗੁਰੂ ਸਾਹਿਬਾਨ ਬ੍ਰਹਮਵੇਤਾ ਪੁਰਸ਼ਾਂ ਨੇ ਸਾਨੂੰ ਵਿਸਮਾਦੀ ਸੂਖਮ ਸੱਚਾਈਆਂ ਤੋਂ ਜਾਣੂ ਕਰਵਾਇਆ। ਦੱਸਦੇ ਨੇ ਕਿ ਇਹ ਜਿਹੜਾ ਮਨੁੱਖਾ ਸਰੀਰ ਸਾਨੂੰ ਮਿਲਿਆ ਹੈ, ਇਹ ਕਰਤਾ ਪੁਰਖ ਵਾਹਿਗੁਰੂ ਜੀ ਦੀ ਆਪਣੀ ਮੌਜ ਵਿੱਚ ਆਪਣੇ ਆਪ ਦਾ ਸਰਗੁਣ ਰੂਪ ਪ੍ਰਗਟ ਕਰਨ ਦੇ ਲਈ ਰਚਿਆ ਕੌਤਕ ਹੈ, ਉਹਦੀ ਲੀਲਾ ਹੈ। ਔਰ ਇਹ ਬੜੀ ਹੈਰਾਨਕੁਨ ਹੈ, ਬੜੀ ਵਿਸਮਾਦੀ ਹੈ। ਇਸ ਦੀ ਕੋਈ ਪੂਰਨ ਤੌਰ 'ਤੇ ਵਿਆਖਿਆ ਕਰਨੀ ਚਾਹੇ, ਇਸ ਦੇ ਬਾਰੇ ਪੂਰਨ ਤੌਰ 'ਤੇ ਕੋਈ ਵਿਚਾਰ ਦੱਸਣਾ ਚਾਹੇ ਤਾਂ ਸੰਭਵ ਨਹੀਂ ਹੈ। ਬਸ ਇੰਨਾ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਰੀਰ ਰੂਪ ਭਾਂਡਾ ਜਿਹਦੇ ਵਿੱਚ ਸਾਡੀਆਂ ਆਤਮਾਵਾਂ ਨੂੰ ਟਿਕਾਇਆ ਹੈ, ਇਹਦੇ ਵਿੱਚ ਆਪਣੀ ਜੋਤ ਵਾਹਿਗੁਰੂ ਜੀ ਨੇ ਟਿਕਾਈ, ਇਸ ਨੂੰ ਆਪਣੇ ਰਹਿਣ ਦਾ ਨਿਵਾਸ ਅਸਥਾਨ ਬਣਾਇਆ, ਹਰੀ ਮੰਦਰ ਬਣਾਇਆ। ਇਹਦੇ ਵਿੱਚ ਹੀ ਮਹਾਰਾਜ ਨੇ ਆਪਣੀ ਰਜ਼ਾ ਵਿੱਚ ਕੌਤਕ ਰਚਿਆ, ਵਿਕਾਰ ਵੀ ਪਾ ਦਿੱਤੇ, ਵਿਕਾਰੀ ਬਿਰਤੀਆਂ ਦੇ ਜਜ਼ਬੇ ਵੀ ਪਾ ਦਿੱਤੇ। ਤੇ ਗੁਰੂਦੇਵ ਸਾਨੂੰ ਸਮਝਾਉਂਦੇ ਨੇ ਕਿ ਸਾਡੇ ਇਸ ਮਨੁੱਖਾ ਜੀਵਨ ਦੇ ਵਿੱਚ ਜਿਹੜਾ ਇਹ ਸਰੀਰ ਰੂਪ ਭਾਂਡਾ ਮਿਲਿਆ ਹੈ, ਸਾਡੀਆਂ ਆਤਮਾਵਾਂ ਨੂੰ, ਇਹ ਮਕਸਦਹੀਣ ਨਹੀਂ ਹੈ।
ਇਸ ਦਾ ਕੁਝ ਵਿਸ਼ੇਸ਼ ਮਕਸਦ ਰੱਖਿਆ। ਨਿਰਗੁਣ ਰੂਪ ਵਾਹਿਗੁਰੂ ਜੀ ਨੇ, ਨਿਰਾਕਾਰ ਜੋਤ ਰੂਪ ਵਾਹਿਗੁਰੂ ਜੀ ਨੇ ਜਦੋਂ ਆਪਣੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਸਾਕਾਰ ਕਰਨਾ, ਸਰਗੁਣ ਰੂਪ ਦੇ ਵਿੱਚ ਪ੍ਰਗਟ ਕਰਨਾ ਚਾਹਿਆ, ਮੈਨੀਫੈਸਟ ਕੀਤਾ ਆਪਣੇ ਆਪ ਨੂੰ, ਤਾਂ ਇਹ ਦਿਸਦਾ ਪਸਾਰਾ ਆਪਣੇ ਹੁਕਮ ਦੇ ਵਿੱਚ, ਆਪਣੇ ਕਵਾਓ ਵਿੱਚ ਪ੍ਰਗਟ ਕਰ ਦਿੱਤਾ। ਅਨੰਤ ਜੀਵ ਜੰਤੂ, ਬਨਸਪਤੀ, ਪਸ਼ੂ ਪੰਛੀ ਇਸ ਪਸਾਰੇ ਵਿੱਚ ਦੇਖਣ ਨੂੰ ਮਿਲੇ। ਪੌਣ, ਪਾਣੀ, ਅਗਨੀ ਇਤਿਆਦ 5 ਤੱਤ ਜਿਹੜੇ ਨੇ ਉਹ ਵੀ ਇਸ ਦਿਸਦੇ ਪਸਾਰੇ ਵਿੱਚ ਵਾਹਿਗੁਰੂ ਜੀ ਨੇ ਰਚੇ। ਇਹਦੇ ਵਿੱਚ ਹੀ ਸਾਨੂੰ ਮਨੁੱਖ ਕਹਾਉਣ ਵਾਲਿਆਂ ਨੂੰ ਇਹ ਜ਼ਿੰਦਗੀ, ਇਹ ਸਰੀਰ ਬਖਸ਼ਿਸ਼ ਕੀਤਾ। ਕੁਝ ਸੱਚਾਈਆਂ ਮਹਾਰਾਜ ਨੇ ਬਾਰੰਬਾਰ ਬਾਣੀ ਦੇ ਵਿੱਚ ਸਾਡੇ ਸਨਮੁਖ ਰੱਖੀਆਂ ਨੇ, ਜਿਹੜੀਆਂ ਮਹਾਰਾਜ ਕਹਿੰਦੇ ਸੁਚੇਤ ਹੋ ਕੇ, ਸਾਵਧਾਨ ਹੋ ਕੇ ਤੁਸੀਂ ਮੇਰੇ ਕੋਲ ਬੈਠ ਕੇ ਸਮਝਣੀਆਂ। ਪਹਿਲੀ ਗੱਲ ਤਾਂ ਇਹ ਕਿ ਇਹ ਜਿਹੜਾ ਸਰੀਰ ਰੂਪ ਭਾਂਡਾ ਮਿਲਿਆ, ਕਿੰਨੇ ਅਰਸੇ ਤੋਂ ਬਾਅਦ ਮਿਲਿਆ ਕੋਈ ਪਤਾ ਨਹੀਂ। ਇਸ ਤੋਂ ਪਹਿਲਾਂ ਵੀ ਮਹਾਰਾਜ ਕਹਿੰਦੇ ਤੁਹਾਨੂੰ ਪਤਾ ਹੋਵੇ ਜਾਂ ਨਾ, ਪਰ ਸੱਚ ਇਹ ਹੈ ਕਿ ਇਹ ਸਰੀਰ ਰੂਪੀ ਭਾਂਡੇ ਤੁਹਾਨੂੰ ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਮਿਲ ਚੁੱਕੇ ਨੇ। ਜਿਨ੍ਹਾਂ ਨੂੰ ਤੁਸੀਂ ਆਪਣੇ ਆਖਦੇ ਹੋ, ਜਿਨ੍ਹਾਂ ਦੇ ਨਾਲ ਸੰਬੰਧ ਬਣਾ ਕੇ ਤੁਸੀਂ ਰਿਸ਼ਤਿਆਂ ਦੇ ਨਾਮ ਰੱਖੇ ਨੇ, ਕੋਈ ਮੇਰੀ ਮਾਂ ਹੈ, ਕੋਈ ਮੇਰਾ ਪਿਤਾ ਹੈ, ਕੋਈ ਭੈਣ ਹੈ, ਭਰਾ ਹੈ, ਪਤੀ ਪਤਨੀ ਹੈ, ਜਾਂ ਹੋਰ ਰਿਸ਼ਤੇ ਜਿਨ੍ਹਾਂ ਦੇ ਤੁਸੀਂ ਨਾਮ ਰੱਖੇ ਨੇ, ਇਹ ਸਾਰੇ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਿਛਲੀਆਂ ਜਨਮਾਂ ਦੇ ਵਿੱਚ ਵੀ ਤੁਹਾਡੇ ਇਸੇ ਤਰ੍ਹਾਂ ਨਿਕਟਵਰਤੀ ਰਹੇ ਨੇ। ਸਾਨੂੰ ਨਹੀਂ ਪਤਾ, ਪਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਾਣੀ ਦੇ ਵਿੱਚ ਇਹ ਅਨੁਭਵੀ ਬਚਨ ਹੈ। ਸਾਹਿਬ ਕਹਿੰਦੇ ਜੀਵ ਜੀਵ ਮੂਏ, ਮੂਏ ਜੀਵੇ, ਵਿਛੁੜ ਜੁੜੇ, जुड़ जुड़ विछड़े, विछुड़ जुड़े, केतियाँ के बाप, केतियाँ के बेटे, केते गुरु चेले हुए, आगे पाछै गणत ना यार, क्या जाति क्या हुण होवे। किन्नी वारी महाराज कहते ये सरीर रूपी भांडियां नूं धारण करके वाहिगुरू जी दे हुक्म दे विच तुसीं जम्मे, जम के इत्थे तुहाडे ही ਇਹ ਨਿਕਟਵਰਤੀ ਰਿਸ਼ਤੇਦਾਰ ਤੁਹਾਡੇ ਨਾਲ ਮਿਲੇ, ਤੇ ਫਿਰ ਤੁਸੀਂ ਇਹ ਜਨਮ ਲੈ ਕੇ ਫਿਰ ਮਰਨ ਦੇ ਸੱਚ ਦੇ ਸਨਮੁਖ ਹੋਏ। ਤੁਹਾਡੇ ਸਰੀਰ ਰੂਪ ਭਾਂਡਿਆਂ ਦੀ ਮੌਤ ਹੋ ਗਈ, ਤੇ ਜਿਹੜੇ ਤੁਹਾਡੇ ਆਪਣੇ ਕਹੇ ਜਾਣ ਵਾਲੇ ਸੀ, ਜਿਨ੍ਹਾਂ ਦੇ ਮਿਲਾਪ ਦੇ ਵਿੱਚ ਤੁਹਾਨੂੰ ਸੁਖ ਲੱਗਦਾ ਸੀ, ਉਹ ਵੀ ਵਿਛੜੇ। ਤੁਸੀਂ ਉਹਨਾਂ ਨਾਲੋਂ ਵਿਛੜੇ, ਉਹ ਤੁਹਾਡੇ ਨਾਲੋਂ ਵਿਛੜੇ। ਇਹ ਕਰਮ ਕਿੰਨੀ ਵਾਰੀ ਦੁਹਰਾਇਆ ਗਿਆ ਸਾਨੂੰ ਨਹੀਂ ਪਤਾ। ਕੋਈ ਕਿਸੇ ਦਾ ਪਿਤਾ ਬਣ ਗਿਆ, ਕੋਈ ਕਿਸੇ ਦਾ ਪੁੱਤਰ ਬਣ ਗਿਆ, ਕੋਈ ਕਿਸੇ ਦੀ ਪਤਨੀ, ਕੋਈ ਪਤੀ। ਮੈਂ ਬੇਨਤੀ ਬਾਰ-ਬਾਰ ਕਰਿਆ ਕਰਦਾ, ਹੁਣ ਤੇ ਇਹ ਮਹਾਂਪੁਰਸ਼ਾਂ ਦੇ ਅਨੁਭਵੀ ਬਚਨਾਂ ਤੱਕ ਹੀ ਗੱਲ ਸੀਮਤ ਨਹੀਂ ਹੈ। ਹੁਣ ਤੇ ਇਸ ਸੰਸਾਰ ਦੇ ਵਿੱਚ ਮਨੋਵਿਗਿਆਨੀਆਂ ਨੇ ਜੀਵਨ ਦੀ, ਮਨੁੱਖਾ ਜੀਵਨ ਦੀ ਖੋਜ ਕਰਦਿਆਂ ਕਰਦਿਆਂ ਸਾਇੰਸ ਦੇ ਪੱਖ ਤੋਂ, ਸਾਇੰਟੀਫਿਕਲੀ ਇੰਨੀ ਖੋਜ ਕਰ ਲਈ ਹੈ, ਹੈਰਾਨਕੁਨ ਤਜਰਬੇ ਉਹਨਾਂ ਨੇ ਕਰਕੇ ਇਹ ਸੱਚ ਜਿਹੜੇ ਹੈ ਉਸ ਅਨੁਭਵ ਦੇ ਵਿੱਚ ਲਿਆਂਦੇ, ਪ੍ਰਤੱਖ ਕੀਤੇ ਕਿ ਮਨੁੱਖਾ ਇਹ ਜਨਮ ਜਿਹੜਾ ਹੈ ਇਹ ਬਹੁਤ ਵਾਰੀ ਇਸੇ ਤਰ੍ਹਾਂ ਹੀ ਦੁਹਰਾਇਆ ਜਾ ਗਿਆ। ਬਾਰ-ਬਾਰ ਇਹ ਚੱਕਰ ਆਵਾਗਾਉਣ ਜਿਸ ਨੂੰ ਆਖਿਆ ਗਿਆ ਹੈ ਅਧਿਆਤਮਕ ਜ਼ਿੰਦਗੀ ਦੇ ਵਿੱਚ, ਉਹ ਕਹਿੰਦੇ ਇਹ ਬਾਰ-ਬਾਰ ਦੁਹਰਾਇਆ ਗਿਆ ਹੈ। ਔਰ ਇਹ ਜਿਹੜੇ ਸੰਬੰਧੀ ਨੇ ਇਹ ਬਾਰ-ਬਾਰ ਇਸੇ ਤਰ੍ਹਾਂ ਹੀ ਮਿਲਦੇ ਵਿਛੜਦੇ ਰਹੇ ਨੇ। ਡਾਕਟਰ ਬ੍ਰਾਇਨ ਵੇਸ ਵਰਗੇ ਅਮਰੀਕਾ ਦੇ ਵਿੱਚ ਅੱਜ ਵੀ ਉਹ ਜਿਉਂਦੇ ਹੈ, ਬਜ਼ੁਰਗ ਹੈ। ਉਹਨਾਂ ਵਰਗੇ ਹੋਰ ਬਹੁਤ ਸਾਰੇ ਰਸ਼ੀਆ ਦੇ ਵਿੱਚ ਇਸ ਖੋਜ ਵਾਲੇ ਪਾਸੇ ਲੱਗਿਆ ਹੋਇਆਂ ਨੇ। ਆਪਣਿਆਂ ਮਰੀਜ਼ਾਂ ਦੇ ਉੱਤੇ ਮਨੋ ਚਿਕਿਤਸਕ ਇਲਾਜ ਕਰਦਿਆਂ ਕਰਦਿਆਂ ਇਹ ਖੋਜਾਂ ਕੀਤੀਆਂ ਨੇ। ਔਰ ਇਸ ਵੇਲੇ ਬਹੁਤ ਸਾਰੇ ਗ੍ਰੰਥ, ਬਹੁਤ ਸਾਰੀਆਂ ਪੁਸਤਕਾਂ ਉਹਨਾਂ ਨੇ ਇਹਨਾਂ ਤਜਰਬਿਆਂ ਦੇ ਆਧਾਰਿਤ ਲਿਖੀਆਂ ਨੇ, ਜੋ ਸੱਚ ਉਹਨਾਂ ਨੂੰ ਇਹਨਾਂ ਤਜਰਬਿਆਂ ਦੇ ਰਾਹੀਂ ਸਪਸ਼ਟ ਹੋਇਆ। ਵੈਬਸਾਈਟ 'ਤੇ ਜਾ ਕੇ ਹੁਣ ਤੇ ਸਹੂਲਤਾਂ ਨੇ,
ਤੁਸੀਂ ਖੋਲ੍ਹ ਕੇ ਉਹਨਾਂ ਦੇ ਨਾਮ ਪਾ ਕੇ ਉਹਨਾਂ ਪੁਸਤਕਾਂ ਨੂੰ ਉੱਥੋਂ ਦੇਖ ਸਕਦੇ ਹੋ। ਬਾਜ਼ਾਰਾਂ ਦੇ ਵਿੱਚ ਵੀ ਮਿਲਦੀਆਂ ਨੇ, ਜਿਹਦੇ ਵਿੱਚ ਹੈਰਾਨਕੁਨ ਇਸ ਆਵਾਗਾਉਣ ਦੇ ਸੱਚ ਉਹਨਾਂ ਨੇ ਸਾਹਮਣੇ ਲਿਆਂਦੇ ਨੇ। 12-13 ਪੁਸਤਕਾਂ ਡਾਕਟਰ ਬ੍ਰਾਇਨ ਵੇਸ ਵਰਗੇ ਮਨੋਚਿਕਿਤਸਕਾਂ ਨੇ ਲਿਖ ਦਿੱਤੀਆਂ ਇਸ ਮਨੁੱਖਾ ਜੀਵਨ ਦੇ ਬਾਰ-ਬਾਰ ਜਨਮ ਮਰਨ ਦੇ ਗੇੜ ਦੇ ਵਿੱਚ ਕਿਵੇਂ ਪੈਂਦੇ ਔਰ ਕਿਵੇਂ ਅਸੀਂ ਇੱਥੇ ਬਾਰ-ਬਾਰ ਮਿਲਦੇ ਵਿਛੜਦੇ। ਇਹ ਹੁਣ ਫਿਰ ਮਨੁੱਖਾ ਜਨਮ ਮਿਲਿਆ। ਇਹਦੇ ਵਿੱਚ ਮਹਾਰਾਜ ਬਚਨ ਕਰਦੇ, ਪੂਰਬ ਜਨਮ ਕੇ ਮਿਲੇ ਸੰਜੋਗੀ। ਇੱਥੇ ਇਹ ਜਿਹੜੇ ਸਾਡੇ ਅੱਜ ਦੇ ਰਿਸ਼ਤੇਦਾਰ ਨੇ, ਜਿਨ੍ਹਾਂ ਨੂੰ ਅਸੀਂ ਅੱਜ ਆਪਣੇ ਸੰਬੰਧੀ ਆਖਦੇ ਹਾਂ, ਅੱਜ ਆਪਣੇ ਮਿੱਤਰ ਪਿਆਰੇ ਆਖਦੇ ਹਾਂ, ਮਹਾਰਾਜ ਕਹਿੰਦੇ ਇਹ ਪਹਿਲੀ ਵਾਰੀ ਨਹੀਂ ਤੁਸੀਂ ਮਿਲ ਰਹੇ। ਇੱਦਾਂ ਦਾ ਮਿਲਾਪ ਬਹੁਤ ਵਾਰੀ ਇੱਥੇ ਹੋਇਆ। ਜੁੜ ਜੁੜ ਵਿਛੜੇ, ਵਿਛੜ ਜੁੜੇ। ਬਹੁਤ ਵਾਰੀ ਜੁੜੇ ਤੁਸੀਂ, ਫਿਰ ਵਿਛੜੇ, ਫਿਰ ਜੁੜੇ। ਔਰ ਉਹਨਾਂ ਜਨਮਾਂ ਦੇ ਵਿੱਚ ਤੁਹਾਡੀ ਸਰੀਰਕ ਬਣਤਰ ਕਿਸ ਤਰ੍ਹਾਂ ਦੀ ਸੀ? ਤੁਸੀਂ ਇਸਤਰੀ ਰੂਪ ਸਰੀਰਕ ਭਾਂਡੇ ਵਿੱਚ ਸੀ ਕਿ ਪੁਰਸ਼ ਰੂਪ ਭਾਂਡੇ ਵਿੱਚ ਸੀ? ਇਹ ਤੇ ਤੁਹਾਨੂੰ ਨਹੀਂ ਪਤਾ। ਪਰ ਮੈਂ ਹੈਰਾਨ ਹੋਇਆ ਅੱਜ ਤੋਂ ਬਹੁਤ ਸਾਲ ਪਹਿਲਾਂ ਹੀ ਜਦੋਂ ਇਹ ਪੁਸਤਕਾਂ ਮਨੋਵਿਗਿਆਨੀਆਂ ਦੀ ਖੋਜ 'ਤੇ ਆਧਾਰਿਤ ਪੜ੍ਹੀਆਂ, ਮੇਰੇ ਸਾਹਮਣੇ ਆਈਆਂ, ਮੈਂ ਹੈਰਾਨ ਹੋ ਗਿਆ ਕਿ ਦਾਤਾਰ ਪਾਤਸ਼ਾਹ ਹਜ਼ੂਰ ਨੇ ਆਪਣੇ ਉਸ ਬ੍ਰਹਮਵੇਤਾ ਅਨੁਭਵਾਂ ਦੇ ਰਾਹੀਂ ਇਹ ਸੱਚ ਸੈਂਕੜੇ ਸਾਲ ਪਹਿਲਾਂ ਸਾਡੇ ਸਾਹਮਣੇ ਰੱਖੇ। ਫਿਰ ਇਹ ਸਾਨੂੰ ਸਮਝਾਇਆ ਕਿ ਇਹ ਜਿਹੜਾ ਤੁਸੀਂ ਇੱਥੇ ਸਰੀਰਾਂ ਦੇ ਤੌਰ 'ਤੇ ਇਕੱਲਾ ਸਰੀਰਾਂ ਦੇ ਪੱਧਰ 'ਤੇ ਜੀਵਨ ਜਿਉਣ ਦੇ ਆਦੀ ਹੋਏ ਹੋ ਨਾ, ਇਹ ਯੋਗ ਨਹੀਂ ਹੈ ਤੁਹਾਡੇ ਵਾਸਤੇ। ਸਰੀਰਾਂ ਤੋਂ ਉੱਪਰ ਉੱਠ ਕੇ ਸੁਰਤੀਆਂ ਦੇ ਪੱਧਰ 'ਤੇ, ਹਿਰਦਿਆਂ ਦੇ ਪੱਧਰ 'ਤੇ, ਰੂਹ ਦੇ ਪੱਧਰ 'ਤੇ ਵੀ ਇੱਕ ਜੀਵਨ ਹੈ ਜਿਸ ਦਾ ਤੁਹਾਨੂੰ ਪਤਾ ਨਹੀਂ। ਪਰ ਜੇ ਮੇਰੇ ਕੋਲ ਚੱਲ ਕੇ ਆਏ ਹੋ, ਮਹਾਰਾਜ ਕਹਿੰਦੇ, ਫਿਰ ਮੈਂ ਤੁਹਾਨੂੰ ਉਸ ਵਿਸਮਾਦੀ ਸੱਚ ਤੋਂ ਜਾਣੂ ਕਰਾਉਣਾ ਚਾਹੁੰਦਾ, ਤਾਂ ਕਿ ਜਿਸ ਆਨੰਦ ਦੀ ਤੁਸੀਂ ਤਲਾਸ਼ ਵਿੱਚੋਂ, ਜਿਹੜਾ ਤੁਸੀਂ ਸਦੀਵੀ ਸੁੱਖ ਲੱਭਦੇ ਹੋ, ਉਹ ਤੁਹਾਨੂੰ ਕਿਵੇਂ ਮਿਲ ਸਕਦਾ, ਕਿਉਂ ਨਹੀਂ ਮਿਲ ਰਿਹਾ। ਕਿੱਥੇ ਕਿੱਥੇ ਸਾਡੇ ਕੋਲੋਂ ਨਾਸਮਝੀਆਂ ਹੋ ਰਹੀਆਂ ਨੇ, ਲਾਪਰਵਾਹੀਆਂ ਹੋ ਰਹੀਆਂ, ਕਿੱਥੇ ਅਸੀਂ ਅਵੇਸਲੇ ਬੇਧਿਆਨੇ ਹੋ ਕੇ ਬਾਹਰਮੁਖੀ ਜੀਵਨ ਜੀਉ ਰਹੇ ਹਾਂ। ਉਹ ਵੀ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ, ਫਿਰ ਉਹਦੇ ਇਲਾਜ ਵੀ ਸਮਝਾਉਂਦੇ ਨੇ। ਅੱਜ ਦਾ ਇਹ ਅੰਮ੍ਰਿਤ ਬਚਨ ਜਿਹੜਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹਜ਼ੂਰ ਨੇ ਸਾਡੀ ਝੋਲੀ ਪਾਇਆ ਰਹਿਮਤ ਕਰਕੇ, ਇਹਦੇ ਵਿੱਚ ਦਾਤਾਰ ਪਾਤਸ਼ਾਹ ਨੇ ਇਸੇ ਪੱਖ ਦਾ ਸਾਡੇ ਸਾਹਮਣੇ ਉਪਦੇਸ਼ ਰੱਖਿਆ। ਦਾਤਾਰ ਪਾਤਸ਼ਾਹ ਕਹਿੰਦੇ, ਭਾਂਡਾ ਤੇ ਸਰੀਰ ਰੂਪੀ ਮਿਲ ਗਿਆ ਤੁਹਾਨੂੰ। ਔਰ ਇਹਦੀ ਰਚਨਾ ਇੰਨੀ ਹੈਰਾਨਕੁਨ ਹੈ। ਵੱਡੇ ਵੱਡੇ ਖੋਜੀ, ਸਾਇੰਸਦਾਨ, ਡਾਕਟਰ, ਜਿਹੜੇ ਇਸ ਸਰੀਰ ਦੀਆਂ ਹੈਰਾਨਕੁਨ ਸਚਾਈਆਂ ਨੂੰ ਲੱਭਦੇ ਲੱਭਦੇ ਅਣਗਿਣਤ ਇਸ ਸੰਬੰਧੀ ਔਜ਼ਾਰ ਬਣਾ ਚੁੱਕੇ, ਮਸ਼ੀਨਾਂ ਬਣਾ ਚੁੱਕੇ, ਪਰ ਅਜੇ ਵੀ ਉਹ ਪੂਰਨ ਤੌਰ 'ਤੇ ਇਸ ਸਰੀਰ ਦੀ ਅੰਦਰੂਨੀ ਬਣਤਰ ਦਾ ਸੱਚ ਨਹੀਂ ਸਮਝ ਸਕੇ। ਸਾਡਾ ਛੋਟਾ ਜਿਹਾ ਦਿਮਾਗ ਇਸ ਦੀ ਬਣਤਰ ਦਾ ਪੂਰਨ ਤੌਰ 'ਤੇ ਸੱਚ ਅੱਜ ਵੀ ਵਿਗਿਆਨੀਆਂ ਦੀ ਸਮਝ ਤੋਂ ਪਰੇ ਹੈ। ਹੱਥ ਖੜੇ ਨੇ ਉਹਨਾਂ ਦੇ, ਲੱਗੇ ਹੋਏ ਨੇ। ਕਰਤਾ ਪੁਰਖ ਵਾਹਿਗੁਰੂ ਜੀ ਨੇ ਜਿਵੇਂ ਜਿਵੇਂ ਮਨੁੱਖ ਨੂੰ ਸਮਝ ਦਿੱਤੀ ਹੈ, ਉਹ ਇਹਦੇ ਰਾਹੀਂ ਇਹਨਾਂ ਸੱਚਾਈਆਂ ਦੀ ਖੋਜ ਵਿੱਚ ਲੱਗਿਆ ਹੈ। ਕੋਈ ਮਾੜੀ ਗੱਲ ਨਹੀਂ ਹੈ। ਪਰ ਗੁਰੂਦੇਵ ਕਹਿੰਦੇ, ਇਹਨਾਂ ਸੱਚਾਈਆਂ ਨੂੰ ਲੱਭਦਿਆਂ ਲੱਭਦਿਆਂ ਇੱਕ ਪਰਮ ਸੱਚ ਹੈ ਜਿਹੜਾ ਤੁਹਾਡੇ ਜੀਵਨ ਦਾ ਮਕਸਦ ਹੈ। ਉਹਦੇ ਨਾਲ ਕਿਤੇ ਆਤਮਸਾਤ ਕਰਨ ਦੀ ਸੁਭਾਗੀ ਅਵਸਥਾ ਪ੍ਰਾਪਤ ਕਰ ਲਓ। ਸੱਚ ਜਾਣਿਓ, ਮਹਾਰਾਜ ਕਹਿੰਦੇ, ਐਸੇ ਵਿਸਮਾਦੀ ਆਨੰਦ ਵਿੱਚ ਪਹੁੰਚ ਜਾਓਗੇ, ਐਸੀ ਸਦੀਵੀ ਖੇੜੇ ਵਾਲੀ ਅਵਸਥਾ ਤੁਹਾਡੀ ਬਣ ਜਾਏਗੀ ਕਿ ਦੁਨੀਆ ਦਾ ਵੱਡੇ ਤੋਂ ਵੱਡਾ ਵਿਘਨ, ਵੱਡੇ ਤੋਂ ਵੱਡਾ ਦੁੱਖ ਤੁਹਾਨੂੰ ਵਿਚਲਿਤ ਨਹੀਂ ਕਰ ਸਕੇਗਾ, ਬੇਚੈਨ ਅਸ਼ਾਂਤ ਨਹੀਂ ਕਰ ਸਕੇਗਾ। ਭੈ ਭੀਤ ਨਹੀਂ ਹੋਵੋਗੇ, ਤੁਸੀਂ ਡਰੇ ਡਰੇ ਸਹਿਮੇ ਸਹਿਮੇ ਜੀਵਨ ਨਹੀਂ ਜੀਓਗੇ। ਲੇਕਿਨ ਉਹਦੇ ਲਈ ਤੁਹਾਨੂੰ, ਜੇ ਮੇਰੇ ਕੋਲ ਚੱਲ ਕੇ ਆਏ ਹੋ ਤਾਂ ਮਹਾਰਾਜ ਕਹਿੰਦੇ, ਫਿਰ ਮੇਰੇ ਕੋਲ ਬੈਠ ਕੇ ਉਹਨਾਂ ਦੇ ਬਾਰੇ
ਸਾਵਧਾਨ ਹੋ ਕੇ ਸੁਣਨਾ, ਪੜ੍ਹਨਾ, ਗਾਉਣਾ, ਵਿਚਾਰਨਾ, ਇਹ ਵੀ ਸਿਖਲਾਈ ਲੈਣੀ ਪਵੇਗੀ। ਮੇਰੇ ਕੋਲ ਬੇਗਾਨਿਆਂ ਵਾਂਗ ਨਾ ਆਓ, ਕਰਮ ਕਾਂਡੀਆਂ ਵਾਂਗ ਨਾ ਆਓ, ਵੀ ਜਾਣ ਵਾਸਤੇ ਜਾਣਾ ਹੈ, ਕਿਸੇ ਡਰ ਦੇ ਅਧੀਨ ਜਾਣਾ ਹੈ, ਵੀ ਜੇ ਨਾ ਗਏ, ਮੱਥਾ ਨਾ ਟੇਕਿਆ, ਭੇਟਾ ਨਾ ਚੜਾਈ ਤੇ ਕੋਈ ਵਿਘਨ ਪੈ ਜਾਏਗਾ, ਅੱਜ ਕੋਈ ਨਾ ਕੋਈ ਰੁਕਾਵਟ ਪੈ ਜਾਏਗੀ, ਕੋਈ ਨਾ ਕੋਈ ਗਲਤ ਹੋ ਜਾਏਗਾ ਮੇਰੇ ਜੀਵਨ ਦੇ ਵਿੱਚ। ਇਹ ਆਪਣੀ ਕਿਸਮ ਦਾ ਇੱਕ ਸਾਡੇ ਅੰਦਰ ਜਜ਼ਬਾ ਹੈ, ਸਾਡੀ ਮਨੋ ਅਵਸਥਾ ਦਾ ਇੱਕ ਸੱਚ ਹੈ। ਇੱਕ ਹੈ ਸੱਚ ਜਿਹੜਾ ਲਾਲਚ ਦੇ ਨਾਲ ਜੁੜਿਆ ਹੋਇਆ, ਕਿ ਅੱਜ ਜੇ ਮਹਾਰਾਜ ਕੋਲ ਜਾਵਾਂਗੇ, ਉੱਥੇ ਇੱਦਾਂ ਭੇਟਾਵਾਂ ਚੜਾਵਾਂਗੇ, ਉੱਥੇ ਕੜਾਹ ਪ੍ਰਸ਼ਾਦ, ਉੱਥੇ ਹੋਰ ਕੁਝ ਭੇਟਾਵਾਂ ਚੜਾਵਾਂਗੇ, ਅਤੇ ਮਹਾਰਾਜ ਦੇ ਕੋਲੋਂ ਸਾਨੂੰ ਇਹ ਮਿਲੇਗਾ, ਇਹ ਮਿਲੇਗਾ, ਇਹ ਮਿਲੇਗਾ। ਇਹ ਦੋ ਬਿਰਤੀਆਂ ਬੜੀਆਂ ਹੈਰਾਨਕੁਨ ਸਾਡੇ ਅੰਦਰ ਵਾਹਿਗੁਰੂ ਜੀ ਨੇ ਪਾਈਆਂ। ਪਾਤਸ਼ਾਹ ਕਹਿੰਦੇ ਇਹ ਆਪਣੀ ਜਗ੍ਹਾ ਦੇ ਉੱਤੇ ਨੇ, ਇਹ ਕੁਦਰਤੀ ਵਰਤਾਰਾ ਹੈ ਤੁਹਾਡਾ, ਪਰ ਇਹ ਤੋਂ ਇਲਾਵਾ ਜਦੋਂ ਮੇਰੇ ਕੋਲ ਆਉਂਦੇ ਹੋ, ਕੁਝ ਇਹੋ ਜਿਹਾ ਵੀ ਆਪਣੇ ਅੰਦਰ ਜਜ਼ਬਾ ਲੈ ਕੇ ਆਓ ਕਿ ਅੱਜ ਮੈਂ ਸਾਹਿਬ ਜੀ ਦੇ ਕੋਲ ਜਾਣਾ ਹੈ, ਮੈਂ ਆਪਣੇ ਜੀਵਨ ਦੇ ਮਕਸਦ ਨੂੰ ਵੀ ਸਮਝਣਾ ਹੈ, ਉਸ ਮਕਸਦ ਦੀ ਪੂਰਤੀ ਕਿਵੇਂ ਹੋਣੀ ਹੈ, ਉਹਦੇ ਬਾਰੇ ਵੀ ਸਤਿਗੁਰੂ ਜੀ ਨੂੰ ਬੇਨਤੀ ਕਰਨੀ ਹੈ, ਗਿਆਨ ਬਖਸ਼ਿਸ਼ ਕਰਨ ਦੀ। ਅਤੇ ਜੋ ਸਤਿਗੁਰੂ ਜੀ ਮੈਨੂੰ ਸਮਝਾਉਣ ਕਿ ਮੇਰੇ ਲਈ ਕੀ ਕਰਨ ਯੋਗ ਹੈ, ਕੀ ਨਹੀਂ ਕਰਨ ਯੋਗ, ਇਸ ਦੇ ਬਾਰੇ ਵੀ ਮੈਂ ਝੋਲੀ ਅੱਡ ਕੇ ਗੁਰੂ ਦਾਤਾਰ ਪਾਤਸ਼ਾਹ ਦੇ ਬਚਨ ਨੂੰ ਸਾਵਧਾਨ ਹੋ ਕੇ ਪੜ੍ਹਨਾ, ਸੁਣਨਾ, ਵਿਚਾਰਨਾ ਹੈ। ਕੇਵਲ ਜਾਣ ਵਾਸਤੇ ਨਹੀਂ, ਇੱਕ ਜਗਿਆਸਾ ਮਨ 'ਚ ਲੈ ਕੇ ਜਗਿਆਸੂ ਬਣ ਕੇ ਆਉਣਾ, ਉਤਸੁਕਤਾ, ਪਿਆਸ, ਵੈਰਾਗ ਲੈ ਕੇ ਆਉਣਾ, ਤੜਪ ਲੈ ਕੇ ਆਉਣੀ ਕਿ ਜਦੋਂ ਮੈਂ ਗੁਰੂ ਸਾਹਿਬ ਕੋਲ ਆਇਆ ਸੀ, ਇਸ ਤੋਂ ਪਹਿਲਾਂ ਮੇਰੀ ਅਵਸਥਾ ਕੀ ਸੀਗੀ। ਕੁਝ ਘੜੀਆਂ ਜੇ ਮੈਨੂੰ ਸੁਭਾਗ ਮਿਲਿਆ ਸਤਿਗੁਰੂ ਕੋਲ ਮਿਲ ਬੈਠਣ ਦਾ, ਅਤੇ ਇਹ ਤੋਂ ਬਾਅਦ ਮੈਂ ਆਪਣੀ ਇੰਟਰੋਸਪੈਕਸ਼ਨ ਕਰ ਸਕਾਂ, ਆਪਣਾ ਸਾਈਕੋ ਐਨਾਲਿਸਿਸ ਕਰ ਸਕਾਂ, ਆਪਣਾ ਆਤਮ ਚਿੰਤਨ, ਆਪਣੀ ਪੜਚੋਲ ਕਰ ਸਕਾਂ ਕਿ ਕੀ ਫਰਕ ਪਿਆ ਹੈ। ਇੰਨਾ ਹੀ ਕਹਿ ਲੈਣਾ ਕਿ ਜੀ ਬੜਾ ਆਨੰਦ ਆਇਆ, ਸਤਿਗੁਰੂ ਕੋਲ ਗਏ, ਅੱਜ ਕੀਰਤਨ ਸੁਣਿਆ, ਬੜਾ ਰਸ ਆਇਆ, ਵਿਚਾਰ ਸੁਣੀ, ਬਹੁਤ ਚੰਗਾ ਲੱਗਿਆ ਭਾਈ ਸਾਹਿਬ, ਤੁਸੀਂ ਬਹੁਤ ਵਧੀਆ ਕੀਰਤਨ ਕੀਤਾ, ਤੁਸੀਂ ਬਹੁਤ ਵਧੀਆ ਵਿਚਾਰ ਕੀਤੀ, ਬੜਾ ਆਨੰਦ ਆਇਆ। ਪਰ ਉਹ ਆਨੰਦ ਇੱਥੇ ਹੀ ਮੁੱਕ ਗਿਆ। ਫਿਰ ਅਸੀਂ ਦੁਨੀਆ ਦੀ ਭੀੜ ਵਿੱਚ ਗੁਆਚ ਕੇ ਉਹੀ ਦੁਨੀਆ ਦੇ ਧੰਦਿਆਂ ਵਿੱਚ ਰੁੱਝ ਗਏ। ਉਹ ਹੀ ਜਿਹੜੀਆਂ ਬਿਰਤੀਆਂ ਸੰਸਾਰਕ ਸਾਨੂੰ ਬੇਸੰਜਮਾਂ ਕਰਦੀਆਂ ਕਿ ਫਿਰ ਉਹ ਹਾਵੀ ਹੋ ਗਈਆਂ ਸਾਡੇ 'ਤੇ। ਸਾਡਾ ਕਾਮ, ਸਾਡਾ ਕ੍ਰੋਧ, ਸਾਡਾ ਲੋਭ ਮੋਹ ਹੰਕਾਰ, ਸਾਡੇ ਅੰਦਰਲੀ ਈਰਖਾ ਦਵੈਸ਼, ਸਾਡੇ ਅੰਦਰ ਦੀ ਤ੍ਰਿਸ਼ਨਾ, ਕੀ ਉਸੇ ਤਰੀਕੇ ਨਾਲ ਹੀ ਕੱਲ੍ਹ ਵਾਂਗ ਫਿਰ ਮੇਰੇ 'ਤੇ ਹਾਵੀ ਹੈ ਕਿ ਕੁਝ ਫਰਕ ਪਿਆ। ਸਾਹਿਬ ਜੀ ਕਹਿੰਦੇ ਮੈਂ ਤੁਹਾਨੂੰ ਬਾਰ-ਬਾਰ ਸੁਚੇਤ ਕਰਨਾ, ਅਗਾਂਹ ਕੂ ਉਤਰਾਂਗ, ਪਿੱਛਾਂ ਫੇਰਨਾ ਮੋਢੜਾ, ਅੱਗੇ ਵੱਧ। ਜਿਹੜੇ ਤੇਰੇ ਅੰਦਰ ਵਿਕਾਰੀ ਬਿਰਤੀਆਂ ਦੇ ਜਜ਼ਬੇ ਪਏ ਨੇ, ਜਿਹੜੇ ਤੈਨੂੰ ਬੇਧਿਆਨਾ ਕਰਦੇ, ਬੇਸੰਜਮਾ ਕਰਦੇ, ਤੇਰੇ ਕੋਲੋਂ ਉਹ ਗੱਲਾਂ ਕਰਾਉਂਦੇ ਜਿਹੜੀਆਂ ਤੈਨੂੰ ਜੀਵਨ ਵਿੱਚ ਮੁੜ ਕੇ ਸ਼ਰਮਿੰਦਗੀ ਦਿਵਾਉਂਦੀਆਂ, ਤੈਨੂੰ ਪਛਤਾਉਣਾ ਪੈਂਦਾ ਹੈ, ਤੇਰੇ ਜੀਵਨ ਵਿੱਚ ਨਮੋਸ਼ੀ ਆਉਂਦੀ ਹੈ, ਤੂੰ ਫਿਰ ਬੇਚੈਨ ਅਸ਼ਾਂਤ ਹੋਣਾ ਵੀ ਇਹ ਕਿਉਂ ਹੋ ਗਿਆ। ਉਹਦੇ ਬਾਰੇ ਇੱਥੇ ਬੈਠ ਕੇ ਸੋਚ ਸਮਝ ਕਿ ਉਹਨਾਂ ਨੂੰ ਸੰਜਮ ਵਿੱਚ ਕਿਵੇਂ ਲਿਆਉਣਾ ਹੈ। ਵਿਕਾਰ ਤੇ ਵਾਹਿਗੁਰੂ ਜੀ ਨੇ ਪਾਤੇ, ਉਹ ਸਾਡੀ ਕ੍ਰੀਏਸ਼ਨ ਨਹੀਂ ਹੈ, ਕਾਮ ਸਾਡਾ ਆਪਣਾ ਪੈਦਾ ਕੀਤਾ ਜਜ਼ਬਾ ਨਹੀਂ ਹੈ, ਕ੍ਰੋਧ ਅਸੀਂ ਨਹੀਂ, ਅਸੀਂ ਕਹਿੰਦੇ ਹਾਂ ਆ ਗਿਆ, ਕੋਈ ਗੱਲ ਹੋ ਗਈ ਤੇ ਮੈਨੂੰ ਗੁੱਸਾ ਆ ਗਿਆ। ਹੁਣ ਇਹ ਆ ਗਿਆ, ਇਹਦਾ ਮਤਲਬ ਅੰਦਰ ਪਿਆ ਸੀਗਾ, ਕੋਈ ਘਟਨਾ ਵਾਪਰੀ ਤੇ ਉਹ ਮੇਰੇ ਅੰਦਰਲਾ ਗੁੱਸਾ ਪ੍ਰਗਟ ਹੋ ਗਿਆ, ਹੰਕਾਰ ਮੇਰੇ ਅੰਦਰ ਪਿਆ ਹੈ। ਦਾਤਾਰ ਜੀ ਕਹਿੰਦੇ ਕਰਤਾ ਪੁਰਖ ਵਾਹਿਗੁਰੂ ਜੀ ਦੀ ਵਿਸਮਾਦੀ ਰਚਨਾ ਦਾ ਸੱਚ ਹੈ। ਹੁਣ ਗੱਲ ਇਹ ਹੈ, ਸਾਹਿਬ ਜੀ ਕਹਿੰਦੇ ਭਈ ਇਹ ਜਿਹੜੀਆਂ ਵਿਕਾਰੀ ਬਿਰਤੀਆਂ ਵਾਹਿਗੁਰੂ ਜੀ ਨੇ ਤੁਹਾਡੇ ਅੰਦਰ ਪਾਈਆਂ, ਇਹਦੇ ਨਾਲ ਨਾਲ ਆਪਣੇ ਆਪ ਨੂੰ ਵੀ ਤੇ ਇੱਥੇ ਟਿਕਾਇਆ ਨਾ। ਹਰੀ ਮੰਦਰ ਇਹ ਸਰੀਰ ਹੈ ਦਾ ਸੱਚ ਵੀ ਤੇ ਤੁਹਾਡੇ ਸਰੀਰਾਂ ਨਾਲ, ਤੁਹਾਡੇ ਜੀਵਨ ਨਾਲ ਜੁੜਿਆ ਹੋਇਆ ਹੈ। ਮੈਂ ਤੁਹਾਨੂੰ ਮਹਾਰਾਜ ਕਹਿੰਦੇ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕਰਤਾ ਪੁਰਖ ਵਾਹਿਗੁਰੂ ਜੀ ਦਾ ਇਹ ਵਰਤਾਰ ਹੈ ਨਾ, ਕਿ ਆਪਣੇ ਆਪ ਨੂੰ ਵੀ ਇੱਥੇ ਟਿਕਾਇਆ, ਗੁਣੀ ਨਿਦਾਨ, ਗੁਣਾਂ ਦਾ ਖਜ਼ਾਨਾ ਵਾਹਿਗੁਰੂ, ਇਹ ਵੀ ਇੱਥੇ, ਤੇ ਵਿਕਾਰੀ ਬਿਰਤੀਆਂ ਵੀ ਇੱਥੇ। ਹੁਣ ਇਹਦੇ ਵਿੱਚੋਂ ਤੁਸੀਂ ਚੋਣ ਕਰਨ ਦੀ ਜਾਚ ਸਿੱਖਣੀ ਹੈ ਸੁਚੇਤ ਹੋ ਕੇ
कि विकारां दे प्रभाव विच जीउणा, कि वाहिगुरू जी दे गुणी निधान वाले पासे अपने आप नूं रुचित करना है, उधर जुड़न दी, उस दे नाल अपने आप नूं जोड़न दी अपने अंदर भुख प्यास उत्सुकता पैदा करनी है। महाराज कहंदे बस मेरे कोल आउण दा तुहाडा सिख रूप दे विच मकसद यह होना चाहिए। मैं तुहानूं कर्मकांडी बनिया नहीं देखना चाहुंदा, मेरे कोल आके कुछ रख दिता इत्थे ते कुछ मंग लिया ते मुड़ के तुर के फिर उही गल्लां दुनिया वालियां कीतियां, ये नहीं। मैं तुहानूं हर दिन अपने आप विच तब्दीली लियाउंदा देखना चाहुंदा, सावधान हो के अगियानी तो ज्ञानी ते ज्ञानी तो ब्रह्म ज्ञानी इस रूप विच तुहाडी यात्रा तुरदी देखनी चाहुंदा, तां मेरे कोल आउण दा लाभ है। सिख कहाउण दा ही नहीं, सिख बनन दा ये लाभ है, खड़ोत नहीं तुहाडी जिंदगी। तो महाराज कहंदे हुण तुहाडी जिंदगी दा सच ये है कि खड़ोत है। अज गुरुदेव इस पक्षों सानू सुचेत करते। महाराज कहंदे तुहानू शरीर मिल गया, हुण इस शरीर की बनतर वाहिगुरू जी ने इस तरह की बनाई कि इस शरीर दे प्रतख तौर पर 9 द्वार 9 जिहड़े सुराख ने, छिद्र ने, वो पैदा करते। इन्हां कर्म इंद्रियां आखिया। इन्हां सारे 9 द्वारियां नूं कर्म इंद्रियां नूं कर्म दिते, इन्हां नूं आपो अपना कारज दिता। अखां ने, कन ने, नक है, मूँह है, देखो ना ये सारे छिद्र ने, इन्होंने द्वार भी आख्या है, 9 द्वारे प्रगट किए। अज दे पावन बचन च महाराज ने छिद्र लफ्ज वरतिया है। मल द्वार है, मूत्र द्वार है, ये 9 द्वार ने और इन्हां दे कारज ने सारियां दे। और इहदी व्याख्या की लोड़ नहीं, आप सारियां नूं इहदे बारे जानकारी है। इस शरीर नूं चलदा रखण वास्ते साडे अंदर भुख पैदा कीती, प्यास पैदा कीती। ये शरीर जो कुछ भुख की तृप्ति वास्ते असी भोजन छकते हैं, कुछ तरल पदार्थ छकते हैं, उहदे विचों इस शरीर नूं ताकत मिलती है। वो मकैनिज़म है शरीर का कि वो खाधे हुए भोजन तरल पदार्थों विचों जो कुछ ताकत लोड़ींदी है वो कढ लैंदा है, ते बाकी जो कुछ वेस्टेज है उसनूं बाहर कढ दिंदा है। तो इन्हां 9 द्वारियां दा ये कारज वखरा वखरा इन्होंने सौंपिया गया और वो चल रहा है। तो सानू पता है कि जिथे भी किते ये 9 द्वारियां दा ये कारज थोड़ा जिहा असीं अवेसले होइए तो कारज डिस्टर्ब हो जाता है। ये भी असी सारे जानते हैं, बीमारियां पैदा हो जांदियां जे ठीक तरीके नाल भोजन ना कीता जावे, ठीक भोजन ना कीता जावे, शक्ति मिलन की बजाय उहदे राही रोग पैदा हो जाते, कब्जी हो गई, डिस्टर्ब हो गया ना शरीर। ये 9 द्वारियां दे कारज ने। और महाराज कहते हैरान कुन गल यह है, कल्ली शरीर की पालना वास्ते ये 9 द्वारे नहीं, ये एक कौतक होर महाराज ने किया होया कि इन्हां कर्म इंद्रियां दे विचों कुछ इंद्रियां ऐसियां जिन्हां दे नाल कुछ विशेष किस्म के जज्बे जोड़ दिते गए। काम का जज्बा भी ये शरीर के इन्हां कर्म इंद्रियां नाल जोड़िया, क्रोध भी इन्हां इंद्रियां राही हुंदा, हंकार भी इन्हां इंद्रियां राही प्रगट हुंदा है, मोह भी इन्हां इंद्रियां राही ही प्रगट हुंदा है। साहब जी कहंदे कैसी अजीब खेड है वाहिगुरू दी, ये अखां दे राही तेजाबी मादा भी निकलदा है। यह जिहड़ा मूँह है ਇਹਦੇ ਵਿੱਚ भी तेजाबी मादा पैदा ਹੁੰਦਾ है। ਕੰਨ ਨੇ ਇਹਦੇ ਰਾਹੀਂ भी तेजाबी मादा मवाद के रूप में बाहर निकलदा। ये सारा कुछ महाराज कहते शरीर का सच है। पर यह जेबा जिहड़ी है ਇਹਦੇ ਕੋਲ बोलण शक्ति भी है। भोजन नूं केवल इस ने चित के अंदर ही नहीं लंघाउणा,
ਇਸ ਦੇ ਵਿੱਚ ਸਵਾਦ ਨੂੰ ਮਾਨਣ ਦੀ ਵੀ ਸ਼ਕਤੀ ਹੈ। ਛੋਟਾ ਜਿਹਾ ਇਹ ਮਾਸ ਦਾ ਲੋਥੜਾ, ਇਹਦੇ ਵਿੱਚ ਕੌੜਾ ਕਿਹੜਾ ਪਦਾਰਥ ਹੈ, ਮਿੱਠਾ ਕਿਹੜਾ ਹੈ, ਖੱਟਾ ਕਿਹੜਾ ਹੈ, ਫਿੱਕਾ ਕਿਹੜਾ ਹੈ, ਇਤਿਆਦ ਸਾਰੇ ਰਸਾਂ ਨੂੰ ਅਨੁਭਵ ਕਰਨ ਦੀ ਇੰਨੀ ਛੋਟੀ ਜਿਹੀ ਮਾਸ ਦੇ ਲੋਥੜੇ ਦੀ ਜਿਹਨੂੰ ਜੀਭ ਆਖਦੇ ਹਾਂ, ਇਹਦੇ ਵਿੱਚ ਸ਼ਕਤੀ ਪਈ। ਹੈਰਾਨਕੁਨ ਸ਼ਕਤੀ ਪਰਮਾਤਮਾ ਨੇ ਪਾਈ। ਭੋਜਨ ਨੂੰ ਹਜ਼ਮ ਕਰਨ ਵਾਸਤੇ ਸਲਾਵੀਆ ਵੀ ਇਹਦੇ ਵਿੱਚੋਂ ਹੀ ਪੈਦਾ ਹੁੰਦਾ। ਕੈਸੀ ਅਜੀਬ ਖੇਡ ਵਾਹਿਗੁਰੂ ਜੀ ਨੇ ਬਣਾਈ। ਇਹ ਅੱਖਾਂ ਨੇ ਦੇਖਣ ਸ਼ਕਤੀ ਦਿੱਤੀ, ਕੰਨ ਨੇ ਬੋਲਣ ਸ਼ਕਤੀ ਦਿੱਤੀ, ਸੁੰਘਣ ਸ਼ਕਤੀ ਸਾਡੇ ਨੱਕ ਨੂੰ ਦਿੱਤੀ। ਸਾਡੀ ਮਰਜ਼ੀ ਨਾਲ ਕੁਝ ਵੀ ਨਹੀਂ ਇਹਦੇ ਵਿੱਚ। ਕਰਤਾ ਪੁਰਖ ਵਾਹਿਗੁਰੂ ਜੀ ਨੇ ਇਹ ਸਰੀਰ ਰੂਪੀ ਭਾਂਡਿਆਂ ਦੀ ਰਚਨਾ ਕਰਦੇ ਆ, ਇਹ ਕੌਤਕ ਸਾਰਾ ਕੁਝ ਆਪ ਹੀ ਰਚਾਤਾ ਮਰਜ਼ੀ ਨਾਲ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਕਿ ਸਾਡੀ ਮਰਜ਼ੀ ਨਾਲ ਨਹੀਂ, ਕਿਉਂਕਿ ਬਹੁਤ ਸਾਰੇ ਐਸੇ ਵੀ ਨੇ ਜਿਨ੍ਹਾਂ ਕੋਲ ਇਹ ਸ਼ਕਤੀਆਂ ਨਹੀਂ ਵੀ ਹੈਗੀਆਂ। ਬੋਲਣ ਸ਼ਕਤੀ ਨਹੀਂ ਹੈ ਕਈਆਂ ਕੋਲ, ਸੁਣਨ ਸ਼ਕਤੀ ਨਹੀਂ ਹੈ ਕਈਆਂ ਕੋਲ, ਦੇਖਣ ਸ਼ਕਤੀ ਨਹੀਂ ਹੈ। ਉਹਨਾਂ ਨੇ ਕਦੀ ਨਹੀਂ ਚਾਹਿਆ ਕਿ ਇਸ ਤਰ੍ਹਾਂ ਮੇਰੇ ਨਾਲ ਹੋਵੇ, ਪਰ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇਹ ਹੋਇਆ। ਤੇ ਸਾਡੀ ਮਰਜ਼ੀ ਤੋਂ ਬਿਨਾਂ ਸਾਨੂੰ ਇਹ ਸਭ ਕੁਝ ਮਿਲ ਗਿਆ। ਸਾਹਿਬ ਕਹਿੰਦੇ ਇਸ ਨੂੰ ਸਮਝੋ, ਇਹ ਹੈਰਾਨਕੁਨ ਸਰੀਰ ਦੀ ਰਚਨਾ ਹੈ ਵਾਹਿਗੁਰੂ ਜੀ ਨੇ ਜਿਹੜੀ ਕੀਤੀ। ਇਸ ਰਚਨਾ ਵੱਲ ਹੀ ਕਦੀ ਧਿਆਨ ਦਿਓ, ਥੋੜਾ ਜਿਹਾ ਕਿਤੇ ਇਹਦੇ ਵੱਲ ਹੀ ਤੁਸੀਂ ਆਤਮਸਾਤ ਕਰਕੇ ਸੁਚੇਤ ਹੋਵੋਗੇ ਨਾ, ਤੁਹਾਡੇ ਅੰਦਰੋਂ ਵਾਹ ਵਾਹ ਨਿਕਲੇਗੀ। ਸਾਹਿਬ ਜੀ ਨੇ ਬਚਨ ਕੀਤਾ ਬਾਣੀ ਵਿੱਚ, ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ। ਕੈਸੀ ਅਜੀਬ ਰਚਨਾ ਸਾਹਿਬ ਜੀਓ ਤੁਸੀਂ ਸਾਡੀ ਕੀਤੀ ਹੈ ਸਰੀਰ ਰੂਪੀ ਭਾਂਡਿਆਂ ਦੀ। ਵਾਹ ਵਾਹ, ਇੰਨਾ ਹੈਰਾਨਕੁਨ ਇਹ ਤੁਹਾਡਾ ਰਚਿਆ ਹੋਇਆ ਸਰੀਰ ਰੂਪ ਭਾਂਡਾ। ਬਲਿਹਾਰ ਸਦਕੇ ਮਹਾਰਾਜ ਕਹਿੰਦੇ ਇੰਨੀ ਗੱਲ ਤੇ ਜੇ ਤੁਸੀਂ ਕਿਤੇ ਸੁਚੇਤ ਹੋ ਜਾਓ ਨਾ, ਤੁਹਾਡੇ ਕੋਲੋਂ ਰੋਜ਼ ਵਾਹ ਵਾਹ ਨਿਕਲੇਗੀ। ਅੱਛਾ ਸੱਚੇ ਪਾਤਸ਼ਾਹ, ਮੈਂ ਦੇਖ ਸਕਦਾ ਇਹਦਾ ਨਾਲ, ਥੋੜ੍ਹੀ ਜਿਹੀ ਕਿਤੇ ਨਜ਼ਰ ਕਮਜ਼ੋਰ ਹੋ ਜਾਏ, ਐਨਕਾਂ ਦੀ ਜ਼ਰੂਰਤ ਪੈ ਗਈ, ਦਵਾਈਆਂ ਦੀ ਜ਼ਰੂਰਤ ਪੈ ਗਈ, ਬਹੁਤ ਕੁਝ ਵਾਪਰ ਜਾਂਦਾ, ਸਵਾਦ ਬੇਸਵਾਦੇ ਹੋ ਜਾਣ। ਮਹਾਰਾਜ ਕਹਿੰਦੇ ਇਹਨਾਂ ਦਾਤਾਂ ਨੂੰ ਦਾਤਾਂ ਸਮਝ ਕੇ ਸ਼ੁਕਰ ਦੀ ਅਵਸਥਾ ਵਿੱਚ ਆਉਣ ਦੀ ਚੇਤਨਾ ਮੈਂ ਤੁਹਾਡੇ ਅੰਦਰ ਪੈਦਾ ਹੋਈ ਦੇਖਣੀ ਚਾਹੁੰਦਾ। ਜੇ ਤੇ ਤੁਸੀਂ ਮੇਰੇ ਕੋਲ ਆ ਕੇ ਇਸ ਤਰ੍ਹਾਂ ਦੀ ਵਾਹਿਗੁਰੂ ਰਚਨਹਾਰ ਦੀ ਦਿੱਤੀ ਹੋਈ ਇਸ ਦਾਤ ਦਾ ਸ਼ੁਕਰਾਨਾ ਕਰਨ ਦੀ, ਉਹਦਾ ਗੁਣਗਾਨ ਕਰਨ ਦੀ, ਉਹਦੀ ਸਿਫਤ ਸਲਾਹ ਕਰਨ ਦੀ, ਬਾਰ-ਬਾਰ ਉਹਨਾਂ ਦੇ ਗੁਣਾਂ ਦਾ ਧਿਆਨ ਧਰਨ ਦੀ, ਉਹਨਾਂ ਨੂੰ ਯਾਦ ਕਰਨ ਦੀ, ਸਿਮਰਨ ਦੀ ਮੇਰੇ ਕੋਲੋਂ ਇਹ ਸਿੱਖਿਆ, ਇਹ ਉਪਦੇਸ਼ ਨਾ ਕੇਵਲ ਪੜ੍ਹਿਆ ਸੁਣਿਆ ਗਾਵਿਆ, ਬਲਕਿ ਦ੍ਰਿੜ ਕਰਨ ਦੀ, ਉਹਨੂੰ ਕਮਾਉਣ ਦੀ ਜਾਚ ਸਿੱਖ ਲਈ। ਮਹਾਰਾਜ ਕਹਿੰਦੇ ਮੈਂ ਤੁਹਾਡੇ ਨਾਲ ਬਚਨ ਕਰਦਾ, ਤੁਹਾਡਾ ਲੋਕ ਸੁਖੀਆ ਹੋ ਜਾਏਗਾ, ਇਹ ਲੋਕ ਸੁਖੀਆ ਹੋ ਜਾਏਗਾ। ਇਹਾਂ ਸੁਖ ਤੇ ਅੱਗੇ ਦੀ ਗੱਲ ਮਹਾਰਾਜ ਕਹਿੰਦੇ ਜਿਹੜੀ ਤੁਹਾਨੂੰ ਨਹੀਂ ਪਤਾ ਮੈਂ ਉਹਦੇ ਬਾਰੇ ਵੀ ਦੱਸ ਦਿਆਂ। ਅੱਗੇ ਮੁਖ ਉਜਲ ਵੀ ਹੋਏਗਾ, ਪਰ ਲੋਕ ਵੀ ਤੁਹਾਡਾ ਸੁਹੇਲਾ ਹੋ ਜਾਏਗਾ। ਜਾਣਾ ਹੈ ਇੱਥੋਂ, ਇਸ ਲੋਕ ਵਿੱਚ ਸਦਾ ਦੇ ਵਾਸਤੇ ਨਹੀਂ ਹੈ ਤੁਹਾਡਾ ਇਹ ਸਰੀਰ ਰੂਪੀ ਭਾਂਡਾ, ਇਹਨੇ ਮੁੱਕਣਾ ਇੱਕ ਦਿਨ। ਇਹ ਸਰੀਰ ਨੇ ਲੱਕੜੀ ਦੇ ਪੂਲਿਆਂ ਵਾਂਗ, ਲੱਕੜੀ ਦੇ ਢੇਰ ਵਾਂਗ ਸੁਆਹ ਹੋਣਾ ਹੈ, ਤੇ ਦੇਖਦੇ ਦੇਖਦੇ ਇਸ ਨੇ ਓਲੇ ਹੋ ਜਾਣਾ ਸੰਸਾਰ ਦੀਆਂ ਨਿਗਾਹਾਂ ਤੋਂ। ਸੁਚੇਤ ਹੋਵੋ, ਸੰਭਾਲੋ ਇਸ ਸਰੀਰ ਰੂਪ ਭਾਂਡੇ ਨੂੰ। ਅੱਜ ਇਹ ਬਚਪਨ ਵਿੱਚ ਹੈ, ਅੱਜ ਇਹ ਜਵਾਨੀ ਵਿੱਚ ਹੈ, ਅੱਜ ਇਹ ਅਧਖੜ ਉਮਰ ਦੇ ਵਿੱਚ ਚਲਾ ਗਿਆ, ਹੁਣ ਇਹ ਜਾ ਰਿਹਾ ਹੈ ਜਰਜਰਾ ਹੋਣ ਵਾਲੇ ਪਾਸੇ, ਤੇ ਇੱਕ ਦਿਨ ਆਉਣਾ ਹੈ ਬੁਢਾਪੇ ਤੋਂ ਬਾਅਦ, ਫਿਰ ਇਸ ਨੇ ਕਾਢੋ ਹੋਈ ਵਾਲੀ ਅਵਸਥਾ ਵਿੱਚ ਭਸਮ ਹੋਣ ਲਈ ਨਾਸ਼ ਹੋ ਜਾਣਾ। ਇਹਨੂੰ ਸਿਰਫ ਤੇ ਸਿਰਫ ਇਹ ਖਾਣ ਪੀਣ ਹੱਸਣ ਸੌਣ ਤੱਕ ਨਾ ਸੀਮਤ ਕਰੋ। ਬਹੁਤ ਕੀਮਤੀ ਹੈ। ਮਹਾਰਾਜ ਕਹਿੰਦੇ ਇਹ ਜੀਵਨ ਬੜਾ ਦੁਰਲੱਭ ਹੈ, ਬਹੁਤ ਕੀਮਤੀ ਹੈ। ਇਹਦੇ ਵਿੱਚੋਂ ਤੁਸੀਂ ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹੋ, ਹੈਰਾਨਕੁਨ ਪ੍ਰਾਪਤੀਆਂ ਕਰ ਸਕਦੇ ਹੋ। ਅੱਜ ਤੇ ਤੁਹਾਨੂੰ ਆਪਣੇ ਆਪ ਬਾਰੇ ਵੀ ਪਤਾ ਨਹੀਂ ਲੱਗਦਾ ਨਾ ਕਿ ਤੁਸੀਂ ਕੌਣ ਹੋ, ਕਿਉਂ ਹੋ ਇੱਥੇ, ਕਾਹਦੇ ਵਾਸਤੇ ਹੋ, ਕੀ ਕਰਨ ਦੇ ਲਈ ਤੁਹਾਨੂੰ ਭੇਜਿਆ ਗਿਆ, ਕੀ ਕਰਦੇ ਪਏ ਹੋ, ਕਿਉਂ ਕਰਦੇ ਪਏ ਹੋ, ਨਹੀਂ ਕਰਨਾ ਚਾਹੀਦਾ, ਕਿਵੇਂ ਸਮਝ ਆਵੇ, ਅਜੇ ਤੇ ਇਹ ਵੀ ਨਹੀਂ ਪਤਾ। ਪਰ ਮਹਾਰਾਜ ਕਹਿੰਦੇ ਜੇ ਪਤਾ ਲੱਗ ਜਾਏ ਤੇ ਜੇ ਕਮਾਉਣਾ ਆ ਜਾਏ ਨਾ,
ਤੇ ਤੁਹਾਨੂੰ ਸਿਰਫ ਆਪਣੇ ਆਪ ਬਾਰੇ ਨਹੀਂ, ਇਸ ਦਿਸਦੇ ਪਸਾਰੇ ਬਾਰੇ ਵੀ, ਤੇ ਇਸ ਤੋਂ ਵੀ ਅੱਗੇ ਜਿਹੜਾ ਅਣਦਿਸਦਾ ਪਸਾਰਾ ਹੈ। ਅੱਜ ਵਿਗਿਆਨੀ ਚੱਲ ਰਹੇ ਨੇ ਉਸ ਪਾਸੇ ਕਿ ਇਕੱਲਾ ਇਹੀ ਪਲੈਨਟ ਨਹੀਂ, ਇਸ ਤੋਂ ਇਲਾਵਾ ਵੀ ਇਸ ਯੂਨੀਵਰਸ ਦੇ ਵਿੱਚ ਅਣਗਿਣਤ ਪਲੈਨਟਸ ਨੇ, ਬਹੁਤ ਸਾਰੀਆਂ ਧਰਤੀਆਂ ਨੇ। ਇਹ ਇਕੱਲਾ ਹੀ ਇੱਕ ਸੂਰਜ ਨਹੀਂ ਹੈ, ਚੰਦਰਮਾ ਇੱਕ ਨਹੀਂ, ਅਣਗਿਣਤ ਇਸੇ ਤਰ੍ਹਾਂ ਦੇ ਪਲੈਨਟਸ ਦੇ ਆਪੋ ਆਪਣੇ ਸੂਰਜ ਨੇ, ਆਪਣੇ ਆਪਣੇ ਚੰਦਰਮਾ ਨੇ। ਤੇ ਗੁਰੂ ਸਾਹਿਬ ਕਹਿੰਦੇ ਤੁਸੀਂ ਤੇ ਭਾਈ ਟੈਲੀਸਕੋਪਾਂ ਨਾਲ, ਮਸ਼ੀਨਾਂ ਨਾਲ ਦੇਖਦੇ ਹੋ, ਮੈਨੂੰ ਤੇ ਵਾਹਿਗੁਰੂ ਜੀ ਨੇ ਇੱਕ ਐਸੀ ਬ੍ਰਹਮ ਸ਼ਕਤੀ ਦੇਤੀ ਕਿ ਤ੍ਰੈ ਭਵਨ ਦਾ ਦਰਸ਼ਨ ਮੈਨੂੰ ਹੋ ਗਿਆ। ਉੱਥੇ ਜਾ ਕੇ ਮਹਾਰਾਜ ਕਹਿੰਦੇ ਜਦੋਂ ਤੁਹਾਨੂੰ ਬ੍ਰਹਮ ਗਿਆਨਤਾ ਦਾ ਉਹ ਮਹਾਨ ਦਾਨ ਮਿਲਦਾ ਹੈ ਨਾ, ਉੱਥੇ ਪਤਾ ਕੀ ਹੁੰਦਾ, ਤੁਹਾਨੂੰ ਸਮਝ ਆ ਜਾਂਦੀ। ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕਿੰਨੀਆਂ ਹੀ ਗਲੈਕਸੀਜ਼ ਨੇ, ਕਿੰਨੇ ਯੂਨੀਵਰਸ ਨੇ। ਇਹ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਆਪਣੇ ਅਨੁਭਵੀ ਗਿਆਨ ਵਿੱਚੋਂ ਮਹਾਰਾਜ ਕਹਿੰਦੇ ਤੁਹਾਨੂੰ ਵੀ ਇਹ ਮਿਲ ਸਕਦਾ। ਅੱਜ ਤੇ ਤੁਹਾਨੂੰ ਆਪਣੇ ਸਰੀਰਾਂ ਨਾਲ ਵੀ ਠੀਕ ਰਿਸ਼ਤਾ ਨਹੀਂ ਬਣਾਉਣਾ ਆ ਰਿਹਾ, ਤੁਹਾਨੂੰ ਇਸ ਬ੍ਰਹਿਮੰਡ ਨਾਲ ਇੱਕ ਵਿਸਮਾਦੀ ਸਾਂਝ ਬਣਾਉਣ ਦੀ, ਔਰ ਹਮੇਸ਼ਾ ਹੀ ਵਾਹ 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 ਦੇ ਵਿੱਚ ਵਾਹ ਖਸਮ ਤੂੰ ਵਾਹ, ਤੁਹਾਨੂੰ ਸ਼ੁਕਰ ਦੀ ਐਸੀ ਅਵਸਥਾ ਪ੍ਰਾਪਤ ਹੋਏਗੀ ਜਿੱਥੇ ਤੁਸੀਂ ਮਸਤੀ ਦੇ ਵਿੱਚ ਸਦੀ ਵੀ ਆਨੰਦ ਵਿੱਚ ਜਿਉਣ ਦੀ ਸੁਭਾਗੀ ਅਵਸਥਾ ਪ੍ਰਾਪਤ ਕਰ ਸਕਦੇ ਹੋ। ਪਰ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸੁਚੇਤ ਕਰਨਾ ਚਾਹੁੰਦਾ, ਤੁਸੀਂ ਨਹੀਂ ਇਸ ਪਾਸੇ ਵੱਲ ਧਿਆਨ ਦੇ ਰਹੇ, ਇਸੇ ਕਰਕੇ ਤੁਹਾਡੇ ਜੀਵਨ ਵਿੱਚ ਦੁੱਖ ਹੈ, ਬੇਚੈਨੀ ਹੈ, ਅਸ਼ਾਂਤੀ ਹੈ, ਡਰੇ ਡਰੇ ਸਹਿਮੇ ਜੀਵਨ ਜੀਉ ਰਹੇ ਹੋ। ਕਾਰਨ ਕੀ ਨੇ? ਮਹਾਰਾਜ ਬਚਨ ਕਰਦੇ ਸਾਹਿਬ ਕਹਿੰਦੇ ਨਾਰਾਇਣ ਨਹਿ ਸਿਮਰਿਓ ਮੋਹਿਓ ਸਵਾਦ ਵਿਕਾਰ। ਨਾਨਕ ਨਾਮ ਵਿਸਾਰੇ ਹੈ ਨਰਕ ਸੁਰਗ ਅਵਤਾਰ। ਤਤ ਦੀ ਗੱਲ ਹੈ, ਨਾਰਾਇਣ ਨਹਿ ਸਿਮਰਿਓ, ਨਰ ਆਇਣ, ਉਹ ਕਰਤਾ ਪੁਰਖ ਵਾਹਿਗੁਰੂ ਜਿਹੜਾ ਸਾਡਾ ਰਚਨਹਾਰ, ਇਸ ਦਿਸਦੇ ਅਣਦਿਸਦੇ ਪਸਾਰੇ ਦਾ ਰਚਨਹਾਰ। ਤੇ ਇਕੱਲਾ ਰਚਨਹਾਰ ਨਹੀਂ, ਦਾਤਾ, ਪ੍ਰਤਪਾਲਕ, ਰੱਖਿਅਕ, ਸਹਾਇਕ, ਜੀਵਨ ਦਾ ਕਰਤਾ ਹਰਤਾ, ਸਭ ਕੁਝ ਉਹੋ ਹੀ ਹੈ। ਸਾਰੀਆਂ ਸ਼ਕਤੀਆਂ, ਸਾਰੀਆਂ ਦਾਤਾਂ ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ, ਉਹਦੇ ਕੋਲ ਨੇ, ਕਿਸੇ ਦੀ ਮਰਜ਼ੀ ਨਹੀਂ ਚੱਲਦੀ। ਪਾਤਸ਼ਾਹ ਕਹਿੰਦੇ ਜਿਸ ਵੀ ਮਨੁੱਖ ਨੇ ਇਸ ਮਨੁੱਖੀ ਜਾਮੇ ਦੇ ਵਿੱਚ ਉਸ ਕਰਤਾ ਪੁਰਖ ਵਾਹਿਗੁਰੂ ਦੇ ਦਾਤਾਰ ਹੋਣ ਦਾ, ਜੀਵਨ ਦਾਤੇ ਹੋਣ ਦਾ, ਅਨੰਤ ਦਾਤਾਂ ਦੇਣ ਵਾਲੇ ਪ੍ਰਤਪਾਲਕ ਦਾਤਾਰ ਹੋਣ ਦਾ, ਤੇ ਇਸ ਜੀਵਨ ਨੂੰ ਫੇਰ ਵਾਪਸ ਲੈ ਲੈਣ ਦਾ ਉਹ ਮਹਾਨ ਬਲ, ਉਸ ਦੀ ਜਾਣਕਾਰੀ ਹਾਸਲ ਨਹੀਂ ਕੀਤੀ ਤੇ ਉਸ ਨੂੰ ਦਾਤਾਰ ਜਾਣਦਿਆਂ ਉਸ ਦੇ ਸ਼ੁਕਰ ਵਿੱਚ ਨਹੀਂ ਜੁੜੇ, ਉਸ ਗੁਣੀ ਨਿਧਾਨ ਦੇ ਗੁਣਾਂ ਨੂੰ ਆਪਣੀ ਸੁਰਤੀ ਬਿਰਤੀ ਵਿੱਚ, ਚੇਤੇ ਵਿੱਚ ਨਹੀਂ ਲਿਆਂਦਾ। ਨਾਰਾਇਣ ਨਹਿ ਸਿਮਰਿਓ, ਸਿਮਰਿਓ ਦਾ ਮਤਲਬ ਉਸ ਵਾਹਿਗੁਰੂ ਜੀ ਦੀਆਂ ਇਹ ਅਨੰਤ ਸਿਫਤਾਂ ਧਿਆਨ ਵਿੱਚ ਨਹੀਂ ਲਿਆਂਦੀਆਂ। ਦਾਤਾਰ ਜੀ ਕਹਿੰਦੇ ਫਿਰ ਕੁਛ ਨਾ ਕੁਛ ਤੇ ਧਿਆਨ 'ਚ ਆਉਂਦਾ ਹੀ ਹੈ। ਇਹ ਮਨੁੱਖੀ ਮਨ ਹੀ ਇਸ ਤਰ੍ਹਾਂ ਦਾ ਹੈ, ਮਨੁੱਖੀ ਸਮਝ ਹੀ ਇਸ ਤਰ੍ਹਾਂ ਦੀ ਬਣਤਰ ਵਾਲੀ ਹੈ ਕਿ ਇਹ ਕਦੀ ਵੀ ਸਥਿਰ ਨਹੀਂ ਹੁੰਦਾ। ਕਿਤੇ ਨਾ ਕਿਤੇ ਤੇ ਧਿਆਨ ਜੁੜਦਾ, ਜਾਂ ਚੰਗੇ ਪਾਸੇ ਜੁੜੇਗਾ, ਜਾਂ ਮਾੜੇ ਪਾਸੇ ਜੁੜੇਗਾ, ਜਾਂ ਆਪਣੇ ਅੰਦਰ ਵੱਲ ਜੁੜੇਗਾ, ਜਾਂ ਸੰਸਾਰ ਦੇ ਬਾਹਰਮੁਖੀ ਰੰਗ ਤਮਾਸ਼ਿਆਂ ਵੱਲ ਜੁੜੇਗਾ। ਕਿਤੇ ਨਾ ਕਿਤੇ ਤੇ ਇਸ ਨੇ ਆਪਣੇ ਆਪ ਨੂੰ ਰੁਚਿਤ ਕਰਨਾ ਹੀ ਹੁੰਦਾ। ਇਹ ਸਾਡੇ ਮਨੁੱਖੀ ਜੀਵਨ ਦੇ, ਮਨ ਦੇ, ਮਤ ਦੇ ਸੁਭਾਅ ਦਾ ਸੱਚ ਹੈ। ਹੁਣ ਮਹਾਰਾਜ ਕਹਿੰਦੇ ਜੇ ਤੇ ਤੁਸੀਂ ਗੁਣੀ ਨਿਧਾਨ ਦੇ ਗੁਣਾਂ ਦੇ ਚੇਤੇ ਵਿੱਚ, ਚਿੰਤਨ ਵਿੱਚ ਆਪਣੇ ਆਪ ਨੂੰ ਲਾਓਗੇ ਤੇ ਐਸਾ ਹੈਰਾਨਕੁਨ ਸੱਚ ਤੁਹਾਡੇ ਜੀਵਨ ਵਿੱਚ ਪ੍ਰਗਟ ਹੋਏਗਾ, ਸਹਿਜ ਸੁਭਾਅ ਹੀ, ਤੁਹਾਨੂੰ ਤਰੱਦਦ ਨਹੀਂ ਕਰਨਾ ਪੈਂਦਾ। ਜੇ ਤੁਸੀਂ ਗੁਣਾਂ ਦਾ ਚਿੰਤਨ ਚੇਤੇ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿਓਗੇ, ਉਹ ਗੁਣ ਨਿਧਾਨ ਦੇ ਜਿਹੜੇ ਗੁਣ ਨੇ, ਸਿਫਤਾਂ ਨੇ, ਬਾਰ-ਬਾਰ ਉੱਥੇ ਆਪਣੇ ਆਪ ਨਾਲ ਆਪਣਾ ਧਿਆਨ ਟਿਕਾਉਣ ਦਾ ਇਹ ਉਦਮ ਕਰੋਗੇ ਤੇ ਨਤੀਜਾ ਮਹਾਰਾਜ ਕਹਿੰਦੇ ਇਹ ਨਿਕਲੇਗਾ ਕਿ ਉਹ ਗੁਣ ਤੁਹਾਡੇ ਜੀਵਨ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਇਹ ਜੀਵਨ ਦਾ ਸੱਚ ਹੈ। ਬੜੇ ਤਜਰਬੇ ਇਹਦੇ ਉੱਤੇ ਹੋ ਚੁੱਕੇ ਨੇ। ਸਾਹਿਬ ਜੀ ਨੇ ਬਾਰ-ਬਾਰ ਬਾਣੀ ਵਿੱਚ ਇਹਦੇ ਫੈਸਲੇ ਸੁਣਾਏ। ਜੈਸਾ ਸੇਵੈ ਤੈਸਾ ਹੋ,
तेहे कर्म कमाए। जिस तरह की तुसी अपनी सुरती बिरती अपने ध्यान नूं जिथे खड़ाओगे तुहाडे विचार उहो जे बनने शुरू हो जाएंगे, तुहाडी बोल बाणी उदां दी होनी शुरू हो जाएगी, तुहाडीआं आदतां उस पासे इत्थों तक कि तुहानूं बंदे भी उहो ਜਿਹੇ चंगे लगणगे। नशेड़ियां नूं नशेड़ी बंदे चंगे लगदे है, जुआरियां नूं जुआरी बंदे चंगे लगदे है, बेईमानां नूं बेईमान बंदे चंगे लगदे है, कामियां नूं कामी बंदियां वल ध्यान जांदा है। ते जिहड़े सच्चे पातशाह कहंदे सतसंगी ने उन्हां नूं फिर सत दे नाल संग करन वाले प्यारे लगदे है। वो ये बेनतियां करन वास्ते जुड़दे है, गुरसिखां की हर तूड़ दे हम पापी पी गत पाए। वो बेनतियां करनियां सिखदे है गुरु कोलों, आवो मीत प्यारे मंगल गावन। आए मिल गुरसिख आए मिल तू मेरे गुरु के प्यारे। उन्हां दा ध्यान फिर इत्थे हुंदा है। जाए मिलां तिन्हां सज्जणा टुटो नाही सतसंगियां नाल। महाराज कहंदे बाणी दे विच गुरु साहब प्रमाण दिंदे है, कहंदे जीवते को जीवता मिले, मूए को मूआ, उड़ते को उड़ता मिले, तुरदे को तुरता। उड़दे पंछियां दी साड़ उड़दे पंछियां नाल असीं तुरदे जीव, पानी वाले जीव पानी, ये वरतारा है। किवें है साहब जी कहंदे विसमादी खेड नूं विसमादी तौर ते ही देखिया करो, पर सच ये है संग कुसंगी बैठते, कुसंगी कुसंगियां नाल बैठते है। तुसीं कित्थे खड़ाउणा अपने आप नूं, दातार जी कहंदे वो तुहाडे उत्ते है। इसे करके महाराज कहंदे रोज़ सुचेत होवो। आउणा है काम दे जज्बे ने तुहाडे उत्ते, ये कुदरती पिया होया है अंदर। तुहाडे शरीर दे इन्हां 9 द्वारियां विचों कर्म इंद्री जिहड़ी है वो केवल तुहाडा अंदर दा मवाद ही बाहर नहीं कढदी, उहनूं काम दा जज्बा भी नाल जोड़िया होया ਉਹਦੇ। पर दातार जी कहंदे काम दा जज्बा, क्रोध दा जज्बा, हंकार दा जज्बा, इन्हां नूं संजम विच लियाउण लई सावधान किवें होना है, किते बेसंजमे ना हो जाइए असीं। ये काम दा जज्बा वाहिगुरू जी ने पैदा कीता, इहदा कोई विशेष मकसद है। इस संसार की होंद नूं चलदा रखण वास्ते काम दा जज्बा वाहिगुरू जी दी बनाई हुई लीला दा एक हैरान कुन सच है। ये तो बगैर नहीं संसार अगे होंद विच आ सकदा। पर जदों भी ये बेसंजमा हो जाए उदों ही ये विकार बन के साडा दुश्मन बन जाता है, साडे कोलों वो कुछ करा लैंदा है। महाराज कहंदे हे कामं नरक विश्राम, नरक घोर का द्वार बना लैने हो तुसीं अपने इस जज्बे में। दातार जी कहंदे नारायण नह सिमरियो मोहियो स्वाद विकार। वाहिगुरू जी दे गुणी निधान दे गुणां वल तुहाडा ध्यान नहीं जाएगा, फिर किधर जाएगा? मोहियो स्वाद विकार, विकारां दे बेसंजमे स्वाद विच रसां कसां दे विच खच्चित हो जाओगे। मोहियो उधर मोहे गए, उधर रुचित हो गए, उत्थों रस लगमन लग गए। साहब जी कहंदे नानक नाम विसारे है नरक सुरग अवतार। मायावी बिरती दे विच उद्यम करदियां करदियां तुसीं माया कमाउणी शुरू कीती, सुख साधन इकट्ठे करने शुरू कीते, हो जाणगे। बथेरी माया आ जाती है, चोरां ठग्गां लुटेरियां धोखेबाजां कोल भी समगलरां कोल आ जाती है बथेरी। पर गुरुदेव जी कहंदे आउण तो बाद सुख साधन मिलण तो बाद की जरूरी है कि जीवन में आनंद मिले, सुख मिले, संतुष्टि मिले। महाराज कहंदे मैं तो बहुत नेड़ियों हो के इन्हां वड्डे वड्डे अमीर ज़ादियां नूं, भूमीपतियां, बादशाहां नूं देखिया है, सुख नहीं नज़र आया। सुख ना ही बहुते धन खाटे, सुख ना ही पेखे निरत नाटे, सुख ना ही बहु देश कमाए। दुनिया के देशों का राज भाग तुसीं हकूमत हाकम बन के अपनी मुट्ठी च लै लो, तुहाडा हुक्म चले। साहब कहंदे की जरूरी है वड्डे वड्डे राजन हर भूमन ताकि तृष्ण ना बूझी, लपट रहे माया रंग माते लोचन कछु ना सूझे। लपटे पे औरंगजेब वर्गे
ਹੰਕਾਰ ਦੇ ਵਿੱਚ, ਕ੍ਰੋਧ ਵਿੱਚ, ਈਰਖਾ ਵਿੱਚ, ਰਿਸ਼ਤਿਆਂ ਦੀ ਸੁਚਮਤਾ ਵੀ ਗੁਆ ਬੈਠੇ, ਆਪਣਿਆਂ ਨੂੰ ਹੀ ਕਤਲ ਕੀਤਾ, ਭਰਾਵਾਂ ਨੂੰ ਕਤਲ ਕੀਤਾ, ਪਿਓ ਨੂੰ ਜੇਲ੍ਹ ਵਿੱਚ ਸੁੱਟਤਾ। ਇੰਨਾ ਭੈਭੀਤ ਵਿਅਕਤੀ, ਇੰਨਾ ਡਰਿਆ ਹੋਇਆ ਵਿਅਕਤੀ, ਜੇ ਪਿਓ ਜਿੰਦਾ ਰਹਿ ਗਿਆ ਤੇ ਮੈਨੂੰ ਪਤਾ ਨਹੀਂ ਕੁਛ ਮਿਲਣਾ ਕਿ ਨਹੀਂ ਮਿਲਣਾ, ਇੰਨਾ ਸਹਿਮ ਅੰਦਰ। ਜੇ ਭਰਾ ਜਿਉਂਦੇ ਰਹਿ ਗਏ, ਪਤਾ ਨਹੀਂ ਇਹੀ ਨਾ ਸਾਰਾ ਕੁਛ ਲੈ ਜਾਣ। ਤੁਸੀਂ ਕਦੀ ਅੰਦਾਜ਼ਾ ਲਾਓ ਉਹ ਇਨਸਾਨ ਕਿੰਨਾ ਜ਼ਿਆਦਾ ਬੇਚੈਨ, ਅਸ਼ਾਂਤ, 95-96 ਸਾਲ ਦੀ ਉਮਰ ਤੱਕ ਜੀਵਿਆ ਇਸ ਸੰਸਾਰ ਦੇ ਅੰਦਰ। ਉਹਦੇ ਸਰੀਰ ਦੀ ਉਮਰ ਇੰਨੀ, ਪਰ ਇਹ ਸਾਰੀ ਉਮਰ ਦੇ ਵਿੱਚ ਉਹਦੇ ਜੀਵਨ ਦਾ ਕਿਤੇ ਸੁੱਖ ਦਾ ਪਲ ਜਿਹੜਾ ਨਾ ਉਹ ਨਜ਼ਰ ਨਹੀਂ ਆਉਂਦਾ। ਜਾਣ ਲੱਗਿਆਂ ਫਿਰ ਆਪਣੀ ਵਸੀਅਤ ਆਪਣੇ ਨਿਆਣਿਆਂ ਦੇ ਨਾਮ 'ਤੇ, ਧੀਆਂ ਪੁੱਤਰਾਂ ਦੇ ਨਾਮ 'ਤੇ ਜਦੋਂ ਲਿਖਦਾ, ਤੇ ਉਹਦੇ ਵਿੱਚ ਹੈਰਾਨਕੁਨ ਸੱਚ ਉਹਦੇ ਆਪਣੇ ਲਿਖੇ ਹੋਏ ਅੱਜ ਵੀ ਸੰਭਾਲੇ ਪਏ ਨੇ। ਉਹਦੀਆਂ ਲਿਖਤਾਂ ਜਿਹੜੀਆਂ ਨੇ, ਉਹਦੀਆਂ ਵਸੀਅਤਾਂ ਪੜ੍ਹ ਕੇ ਕੰਬ ਜਾਂਦਾ ਬੰਦਾ। ਲਿਖਦਾ ਉਹ ਕਿ ਮੈਂ ਆਇਆ ਸੀ, ਖਾਲੀ ਹੱਥ ਆਇਆ ਸੀ, ਪਰ ਜਾ ਰਿਹਾ ਗੁਨਾਹਾਂ ਦੀ ਪੰਡ ਦਾ ਭਾਰ ਚੁੱਕ ਕੇ ਜਾ ਰਿਹਾ। ਪਤਾ ਨਹੀਂ ਮੈਨੂੰ ਦੋਜ਼ਖ ਵਿੱਚ ਵੀ ਥਾਂ ਮਿਲਣੀ ਕਿ ਨਹੀਂ। ਇਹ ਉਹਦੇ ਆਪਣੇ ਹੱਥ ਦੀਆਂ ਲਿਖਤਾਂ। ਕਿੰਨਾ ਉਹਦੇ ਦਿਮਾਗ 'ਤੇ ਬੋਝ ਹੋਏਗਾ ਜਾਣ ਲੱਗਿਆ, ਕਿੰਨਾ ਪਛਤਾਵਾ ਹੋਵੇਗਾ, ਕਿੰਨਾ ਸਹਿਮਿਆ ਨਮੋਸ਼ੀ ਨਾਲ ਭਰਿਆ ਇੱਥੋਂ ਤੁਰਿਆ ਹੋਏਗਾ। ਬਸ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਇਸ ਪੱਖੋਂ ਸੁਚੇਤ ਕਰਨਾ ਚਾਹੁੰਦਾ। ਜਾਣਾ ਤੇ ਹੈ, ਨਾ ਗੁਰੂਆਂ ਦੇ, ਨਾ ਪੀਰਾਂ ਪੈਗੰਬਰਾਂ ਦੇ, ਮਹਾਂਪੁਰਸ਼ਾਂ ਦੇ ਸਰੀਰ ਰਹੇ। ਬਿਨਸੇ ਜੋ ਉਪਜੋ ਸੋ ਬਿਨਸ ਹੈ ਦਾ ਸਰੀਰਾਂ ਦੇ ਨਾਲ ਜੁੜਿਆ ਸੱਚ ਉਹ ਸਾਰਿਆਂ ਲਈ ਹੈ ਔਰ ਸਦੀਵ ਕਾਲ ਲਈ ਹੈ। ਪਾਤਸ਼ਾਹ ਕਹਿੰਦੇ ਸਰੀਰ ਤੇ ਮੇਰਾ ਵੀ ਨਹੀਂ ਰਹਿਣਾ, ਤੁਹਾਡਾ ਵੀ ਨਹੀਂ ਰਹਿਣਾ, ਕਿਸੇ ਦਾ ਵੀ ਨਹੀਂ ਰਹਿਣਾ, ਰਾਜੇ ਮਹਾਰਾਜੇ, ਗਰੀਬ ਭਿਖਾਰੀ, ਕਿਸੇ ਦਾ ਵੀ ਨਹੀਂ। ਪਰ ਇਸ ਸਰੀਰ ਦੇ ਬਿਨਸਣ ਤੋਂ ਪਹਿਲਾਂ ਇਹਨਾਂ ਕਰਮ ਇੰਦਰੀਆਂ ਦੀ, ਇਹਨਾਂ ਸਰੀਰਾਂ ਦੀ ਜਿਹੜੀ ਦਾਤ ਤੁਹਾਨੂੰ ਮਿਲੀ ਹੈ, ਇਸ ਦੀ ਸੁਚੱਜੀ ਵਰਤੋਂ ਕਰਨਾ ਸਿੱਖ ਲਓ। ਇਸ ਦੀ ਸੰਜਮਮਈ, ਸਾਵਧਾਨ ਹੋ ਕੇ ਠੀਕ ਵਰਤੋਂ ਕਰਨੀ ਸਿੱਖ ਲਓਗੇ, ਤੁਹਾਡੇ ਜੀਵਨ ਵਿੱਚ ਅੱਜ ਵੀ ਪਛਤਾਵਾ ਨਹੀਂ ਹੋਏਗਾ, ਅੱਜ ਵੀ ਬੇਚੈਨ ਅਸ਼ਾਂਤ ਨਹੀਂ ਹੋਵੋਗੇ। ਆਉਣ ਵਾਲਾ ਜਿਹੜਾ ਤੁਹਾਡਾ ਭਵਿੱਖ ਹੈ ਉਹਦੀ ਵੀ ਚਿੰਤਾ ਤੁਹਾਨੂੰ ਨਹੀਂ ਰਹੇਗੀ। ਮੈਂ ਤੁਹਾਨੂੰ ਇੱਕ ਐਸੀ ਸੁਭਾਗੀ ਬੇਗਮਪੁਰੇ ਦੀ ਅਵਸਥਾ ਵਿੱਚ ਮਹਾਰਾਜ ਕਹਿੰਦੇ ਲੈ ਕੇ ਜਾਣਾ ਚਾਹੁੰਦਾ, ਜਿੱਥੇ ਅੱਜ ਜਿਹੜੇ ਤੁਹਾਡੇ ਪਲ ਗੁਜ਼ਰ ਰਹੇ ਨੇ, ਇਹ ਕੱਲ੍ਹ ਦੇ ਭਵਿੱਖ ਦੇ ਅੱਗਾ ਸਵਾਰਨ ਦੇ ਲਾਲਚ ਵਿੱਚ ਨਹੀਂ, ਅੱਜ ਵਰਤਮਾਨ ਨੂੰ ਜਿਉਣਾ ਸਿੱਖ ਲਓ। ਇਸੇ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਦੀਆਂ ਬਹੁਤ ਸਾਰੀਆਂ ਜਿਹੜੀਆਂ ਸਿਫਤਾਂ ਨੇ, ਉਹਨਾਂ ਵਿੱਚੋਂ ਇੱਕ ਸਿਫਤ ਇਹ ਹੈ, ਗੁਰਮੁਖ ਵਰਤਮਾਨ ਵਿੱਚ ਵਰਤਦਾ। ਜਿਹੜਾ ਗੁਰਸਿੱਖ ਹੈ ਨਾ, ਉਹ ਅੱਜ ਦੀਆਂ ਘੜੀਆਂ ਨੂੰ ਸਫਲਾ ਕਰਨ ਲਈ, ਅੱਜ ਦੀਆਂ ਘੜੀਆਂ ਨੂੰ, ਇਹ ਲੰਘ ਰਹੀਆਂ ਘੜੀਆਂ ਨੂੰ ਸੁਚੱਜੇ ਢੰਗ ਨਾਲ ਵਰਤ ਕੇ ਇਹਦੇ ਵਿੱਚੋਂ ਆਨੰਦ ਦਾ ਅਧਿਕਾਰੀ ਬਣਨ ਦੀ ਜਾਂਚ ਸਿੱਖਣ ਲਈ ਜਗਿਆਸੂ ਬਣ ਕੇ ਗੁਰੂ ਕੋਲ ਆਉਂਦਾ ਹੈ ਤੇ ਸੁਚੇਤ ਹੁੰਦਾ ਹੈ। ਇੱਥੇ ਆ ਕੇ ਹੁਣ ਜਾਣ ਲੱਗਿਆਂ ਫਿਰ ਭਾਈ ਸਾਹਿਬ ਜੀ ਨੇ ਸਾਡੇ ਵੱਲੋਂ ਅਰਦਾਸ ਕਰਨੀ ਹੈ, ਤਿੰਨਾਂ ਪਿਆਰਿਆਂ ਦਾ ਮੇਲ ਬਖਸ਼ਿਓ ਜੀ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ। ਇੱਥੇ ਬੈਠ ਕੇ ਨਹੀਂ, ਇੱਥੋਂ ਜਦੋਂ ਮੈਂ ਜਾਵਾਂ, ਭਾਵੇਂ ਦੁਕਾਨ 'ਤੇ ਬੈਠਾਂ, ਭਾਵੇਂ ਨੌਕਰੀ ਵਿੱਚ, ਭਾਵੇਂ ਘਰ ਵਿੱਚ, ਭਾਵੇਂ ਖੇਤੀ, ਕਿਤੇ ਵੀ ਹੋਵਾਂ, ਮੇਰੇ ਹਰ ਕਾਰਜ ਖੇਤਰ ਵਿੱਚ ਪਾਤਸ਼ਾਹ ਇਹੋ ਜਿਹਾ ਸਤ ਸੰਗੀਆਂ ਦਾ, ਗੁਰਮੁਖਾਂ ਪਿਆਰਿਆਂ ਦਾ ਮੇਲ ਬਖਸ਼ਦੇ ਰਿਹੋ, ਜਿਹਦੇ ਵਿੱਚ ਮੈਂ ਤੁਹਾਡਾ ਨਾਮ ਨਾ ਭੁੱਲਾਂ, ਤੁਹਾਡੀ ਯਾਦ ਨਾ ਭੁੱਲੇ, ਤੁਹਾਡੇ ਗੁਣਗਾਨ ਦਾ ਚੇਤਾ ਨਾ ਭੁੱਲੇ। ਮਤਾਂ ਕਿਤੇ ਤੁਹਾਡਾ ਨਾਮ ਭੁੱਲ ਜਾਏ ਤੇ ਫਿਰ ਇਹੀ ਦੁਨਿਆਵੀ ਵਿਕਾਰੀ ਬਿਰਤੀਆਂ ਮੇਰੇ 'ਤੇ ਹਾਵੀ ਹੋ ਜਾਣ। ਮਹਾਰਾਜ ਕਹਿੰਦੇ ਸੁੱਖ ਵੀ ਸੰਸਾਰਕ ਤੌਰ 'ਤੇ ਮਿਲ ਸਕਦੇ ਨੇ ਵਿਕਾਰੀ ਬੰਦਿਆਂ ਨੂੰ। ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਵਰਗਾ ਖੁਸ਼ਕਿਸਮਤ ਕੌਣ ਹੈ, ਆਹ ਮੈਂ ਦੁਨੀਆ ਨੂੰ ਬੁੱਧੂ ਬਣਾ ਲਿਆ, ਦੁਨੀਆ ਨਾਲ ਧੋਖਾ ਕਰਕੇ ਦੁਨੀਆ ਨੂੰ ਲੁੱਟ ਲਿਆ, ਮੈਂ ਕੌਣ ਹਾਂ। ਤੇ ਪਰ ਮਹਾਰਾਜ ਕਹਿੰਦੇ ਨਾਲ ਹੀ ਚਿੰਤਾਵਾਂ ਵੀ, ਨਾਲ ਹੀ ਡਰ ਵੀ, ਸਹਿਮ ਵੀ, ਕਿਤੇ ਖੁੱਸ ਨਾ ਜਾਵੇ, ਕਿਤੇ ਪਤਾ ਨਾ ਲੱਗ ਜਾਏ। ਇਸ ਨੂੰ ਮਹਾਰਾਜ ਕਹਿੰਦੇ ਨਾਨਕ ਨਾਮ ਵਿਸਾਰਿਆ ਨਰਕ ਸੁਰਗ ਅਵਤਾਰ। ਕਦੀ ਨਰਕ ਦੀ ਅਵਸਥਾ, ਕਦੀ ਸੁਰਗ ਦੀ ਅਵਸਥਾ, ਇਹਦੇ ਵਿੱਚ ਵਿਚਰਦੇ ਹੋ। ਅਵਤਾਰ ਦਾ ਮਤਲਬ ਇਹਦੇ ਵਿੱਚ ਬਾਰ-ਬਾਰ ਤੁਸੀਂ ਵਿਚਰਦੇ ਹੋ, ਆਉਨੇ ਹੋ, ਜਾਣੇ ਹੋ। ਨਰਕ ਸੁਰਗ ਬਾਅਦ ਦੇ ਨਹੀਂ, ਇੱਥੇ ਹੀ ਮਹਾਰਾਜ ਕਹਿੰਦੇ ਰੋਜ਼ ਨਰਕ ਸੁਰਗ ਦੀ ਜ਼ਿੰਦਗੀ ਜਿਉਨੇ ਹੋ। ਅਗਲੇ ਜਿਹੜੇ ਨਰਕ ਸੁਰਗ ਨੇ ਉਹ ਤੇ ਪਤਾ ਨਹੀਂ ਕਿੱਦਾਂ ਦੇ ਹੈ ਕਿ ਨਹੀਂ ਹੈ, ਕਲਪੇ ਹੋਏ ਨੇ, ਹਰ ਇੱਕ ਨੇ ਧਾਰਮਿਕ ਵਿਸ਼ਵਾਸ ਵਾਲੇ ਨੇ ਆਪਣੇ ਆਪਣੇ ਤਰੀਕੇ ਨਾਲ ਨਰਕ ਸੁਰਗ ਦੀ ਵਿਆਖਿਆ ਕੀਤੀ ਹੋਈ ਹੈ। ਮਹਾਰਾਜ ਕਹਿੰਦੇ ਮੈਂ ਉਧਰ ਨਹੀਂ, ਅੱਜ ਦੇ ਨਰਕ ਸੁਰਗ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਅੱਜ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਨਰਕ ਦੀ ਬਜਾਏ
स्वर्ग जिहड़ी स्वर्ग वाली अवस्था है उहदे विच लिजाण दे लई अधिकारी बन गए, वो नरक सुरग की तुहानूं फिक्र ही नहीं रहेगी। इहां सुख आगे मुख उजलदा उजलदा, इत्थे ही तुहानूं वरदान प्राप्त हो जाएगा। बस एक गल दा महाराज कहंदे मैनू जो मैं तुहानूं बचन कर रहा उहदा ध्यान रखियो ते उहनूं केवल सुणियो ही ना, उसनूं कमाउण वाले पासे तुरियो। नहीं तो गुरुदेव जी कहंदे की हुंदा है, नौवीं नवें छिद्र अपवीत। ਇਹ ਜਿਹੜੇ 9 छिद्र ने 9 द्वार ने ये बहुत कीमती ने। किसी वेले इन्होंने खत्म हो जाना है, शरीर जदों भस्म होना ये कर्म इंद्रे भी खत्म हो जाने ने, ये देखण शक्ति नहीं रहनी। हो सकता पहले ही मुक जाए, शरीर के बिनसण तो पहला पहला सुनन शक्ति भी जाती रहे, बोलन की आ जबान लड़खड़ाउणी शुरू हो जाए, ठीक ढंग नाल बोल भी ना सकूँ। आख्या गुरुदेव ने बाणी दे विच, नैनो नीर बह तन खीना भये केस दुधवानी, रूदा कंठ शब्द नहीं उचरे अब क्या करें पुरानी। आ सकती इहो जी अवस्था भी। पर महाराज कहते ये तो पहला पहला ही ए 9 इंद जिहड़े हैगे ने 9 द्वार ने, इन्हां ठीक ढंग नाल तुसीं वरतना सिख लो, संयम दे विच इन्हां दी वरतों करनी सिख लो, ताकि तुहाडा तन भी रोगी ना रहे, तन दे रोगां तो भी तुसीं बच सको। तो ये नाल नाल जिहड़े मन के विकार ने, वो मन की तंदुरुस्ती भी जिहड़ी है, मन तन भये अरोगा। कर इशनान सिमर प्रभ अपना, मन तन भये अरोगा दा वो सुख तुहानूं मिल सके। नौवीं नवें छिद्र अपवीत। नहीं तो महाराज कहते बेध्याने होकर जियोगे ना, मैले हो जाते हैं सारे। एक तो है ना जिहड़ा कुदरती तौर पर भोजन खाधा वेस्टेज जिहड़ी है, फोक जिहड़ा है वो शरीर तो बाहर निकलना, तेजाबी मादा बाहर निकलने। एक जिहड़ा इन्हां नूं जज्बा दिता होया काम क्रोध लोभ मोह अहंकार का, जे तुसीं संयम विच ना लिआंदा तो ये गंदे हो जाने ने सारे, ये मैले हो जाने ने। तुहाडी मत भी मैली हो जानी है, तुहाडा मन भी मैला हो जाना है। तो उस मैल का बोझ जिहड़ा है, उस मैल की दुर्गंध जिहड़ी है ना, उहदी बेचैनी तो नहीं बच सकोगे, उहदे विचों निकलण वाली शर्मिंदगी तो, उस मैलेपन की उकताहट तो नहीं बच सकोगे। हर नाम ना जपें करत विपरीत। जेड़े नहीं जपना सिख लेंदे, जिन्होंने नहीं वाहिगुरू जी का शुकराना करने की जाच आउंदी, उल्टियां उल्टियां गल्लां करदे आ। महाराज कहते बेसंजमियां गल्लां करदे, जिहड़ियां करन दे नाल शर्मिंदगी हुंदी है, नमोशी हुंदी है, डर सहम चिंता पैदा हुंदी है। महाराज कहते उल्टियां उल्टियां गल्लां करदे रहिंदे है। परत रिया रमें बकै साध निंद, पराए शरीरां वाल देखी जा, पराए शरीर की कोई सुंदरता की खिच देखी तो झट बिरती की आ गई, इस शरीर नूं मैं किवें भोग लवां, इस शरीर के उत्ते मेरा कब्जा किवें हो जाए, मेरी मर्जी। ये सिर पातशाह कहते शरीर तो वाहिगुरू जी ने बनाए, अत सुंदर बनाए, खिच है। पर गुरु नानक साहब कहते इन्हां शरीरां नूं देखदे आ, ऐदां भी तो इन्हां शरीरां नूं देखिया जा सकता है ना। वाह पातशाह, ये तेरे शरीर रचे होए, इन्हां विच तूं बैठा। तो गुरु नानक साहब कहते जदों मैं शरीर नूं देखदा ना, वाह पातशाह, ਇਹ ਜਿਹੜੇ सोहने नैन ने ना, मैनू इन्ने तेरे सोहने प्यारे नैन ने, मैनू तो ये तेरे दर्शन हो रहे। की कहते नहीं महाराज बाणी विच, तेरे बंके लोयण दंतरी सारा, सोहना नक तेरे लंबड़े वाला, इन्ने सोहने तेरे वाल ने लंबे लंबे वाहिगुरू जी, इन्ने सोहने तुहाडे दंद, इन्ने सोहने तुहाडे अखां। महाराज कहते ये भी तो देखा जा सकता ना, इदां भी तो दर्शन किए जा सकते हैं। ये गुरमुख की दृष्टि है। तो वो जिहड़ी दृष्टि है वो मनमुख की विकारी बंदे की मायावी दृष्टि है। भी शरीर देखिया सोहना तो वह मालक बन के उसनूं बेसंजमे हो के भोगण की बिरती। तो महाराज कहते फिर नतीजे भोगो दे, मरो, दुखी होवो, शर्मिंदे गए होवो, बार बार उस डर की भयानक अवस्था, बेचैनी की अवस्था में जाओ। पर जे किते ऐदां दर्शन करने से, खूब तेरी पगड़ी मीठे तेरे बोल, इदां भी तो देखा जा सकता। महाराज कहते मैं तुहानूं इस तरह देखना सिखाना चाहता। तो जदों तुसीं बोलो किसी नाल ते तुहानूं पता लगे नानक फिक्का बोले है, तन मन फिक्का होए, फिक्का मूर्ख आखी है। महाराज कहते ना,
ਇਹ ਜ਼ਬਾਨ ਮਿਲੀ ਹੈ, ਬੋਲਣ ਸ਼ਕਤੀ ਮਿਲੀ, ਮਿੱਠਾ ਬੋਲਣਾ ਸਿੱਖੋ ਤਾਂ ਕਿ ਦੂਜਾ ਸੁਣ ਕੇ ਦੁਖੀ ਨਾ ਹੋਵੇ। ਬਾਰ-ਬਾਰ ਤੁਹਾਡੇ ਨੇੜੇ ਬੈਠਣ ਦੇ ਲਈ ਤਰਸੇ ਉਹ ਕਿ ਮੈਂ ਅੱਜ ਮੂਡ ਠੀਕ ਨਹੀਂ ਹੈਗਾ, ਉਹਨਾਂ ਕੋਲ ਚੱਲਣਾ ਯਾਰ, ਉੱਥੇ ਜਾ ਕੇ ਨਾ ਆਨੰਦ ਬੜਾ ਆਉਂਦਾ ਹੈ, ਉਹਨਾਂ ਕੋਲ ਬੈਠੀ ਦਾ ਨਾ ਸਵਾਦ ਆ ਜਾਂਦਾ ਹੈ, ਉੱਠਣ ਨੂੰ ਜੀਓ ਹੀ ਨਹੀਂ ਕਰਦਾ। ਇੰਨੇ ਮਿੱਠੇ ਬੋਲ ਨੇ ਇਹਨਾਂ ਦੀ ਬੋਲ ਬਾਣੀ ਇੰਨੀ ਪਿਆਰੀ। ਸਾਹਿਬ ਕਹਿੰਦੇ ਇਹੋ ਜਿਹਾ ਮੈਂ ਤੁਹਾਡਾ ਜੀਵਨ ਦੇਖਣਾ ਚਾਹੁੰਦਾ ਕਿ ਬਾਰ-ਬਾਰ ਤੁਹਾਡੇ ਨਾਲ ਲੋਕੀ ਸਤਿਕਾਰ ਭਰੀ ਸਾਂਝ ਪਾਉਣ। ਇੱਥੇ ਤੇ ਛੱਡ ਭੱਜਦੇ ਪਏ ਅਸੀਂ ਇੱਕ ਦੂਜੇ ਨੂੰ। ਕਰਨ ਨਾ ਸੁਨਹੀ ਹਰ ਜਸ ਬਿੰਦ, ਮਹਾਰਾਜ ਕਹਿੰਦੇ ਮਨਮੁਖੀ ਬਿਰਤੀਆਂ 'ਚ ਕੀ। ਇਹ ਕੰਨ ਜਿਹੜੇ ਮਿਲਿਆ ਨਾ, ਸਾਹਿਬ ਜੀ ਕਹਿੰਦੇ ਇਹ ਸ਼ੁਕਰਾਨੇ ਦੇ ਬੋਲ ਨਹੀਂ ਸੁਣਦੇ, ਗੁਣਾਂ ਦਾ ਸਿਫਤ ਸਲਾਹ ਦਾ ਬੋਲ ਨਹੀਂ ਸੁਣਦੇ, ਇਹ ਨਿੰਦਿਆ ਦੀ ਫਲਾਣੇ ਨੇ ਇਹ ਕਰਤਾ, ਫਲਾਣੇ ਨੇ ਉਹ ਕਰਤਾ। ਸਾਰਾ ਦਿਨ ਨਜ਼ਰਾਂ ਹੀ ਨਹੀਂ ਟਿਕਾਉਂਦੇ ਅਸੀਂ ਮੋਬਾਈਲ ਦੇ ਉੱਤੋਂ, ਉੱਥੇ ਇਹ ਹੋ ਗਿਆ ਜੀ, ਉੱਥੇ ਇਹ ਹੋ ਗਿਆ ਜੀ, ਫਿਰ ਸੁਣ ਲਿਆ, ਫਿਰ ਦੂਜੇ ਕੋਲ ਭੱਜਦੇ ਹਾਂ ਅਸੀਂ, ਉਹ ਤੈਨੂੰ ਪਤਾ ਲੱਗਿਆ ਕਿ ਨਹੀਂ ਲੱਗਿਆ, ਉਹਨੇ ਉਹ ਕੀ ਕਰਤਾ, ਉਹਨੇ ਕੀ ਕਰਤਾ। ਮਹਾਰਾਜ ਕਹਿੰਦੇ ਤੂੰ ਕੀ ਸੋਚ ਰਿਹਾ ਭਲਿਆ, ਤੂੰ ਕੀ ਕਰ ਰਿਹਾ, ਤੇਰੇ ਜੀਵਨ ਦਾ ਇੱਕ ਇੱਕ ਪਲ ਲੰਘ ਰਿਹਾ, ਇਹਦੇ ਵੱਲ ਨਹੀਂ ਤੇਰਾ ਕਦੀ ਧਿਆਨ ਗਿਆ। ਮਨ ਕਿਆ ਕਹਿਤਾ, ਹਾਂ ਕਿਆ ਕਹਿਤਾ, ਕਦੀ ਇਹਦੇ ਬਾਰੇ ਵਿਚਾਰ, ਮੇਰਾ ਮਨ ਕੀ ਸੋਚ ਰਿਹਾ, ਮੈਂ ਕੀ ਕਹਿ ਰਿਹਾ। ਮੈਂ ਦੁਨੀਆ ਤੋਂ ਆਪਣੇ ਔਗੁਣ ਛਪਾਉਣ ਦੀ ਕੋਸ਼ਿਸ਼ ਕਰ ਰਿਹਾ, ਜਿਹੜੇ ਗੁਣ ਨਹੀਂ ਹੈਗੇ ਉਹ ਚੁਸਤੀ ਚਲਾਕੀ ਨਾਲ ਪ੍ਰਗਟ ਕਰਨ ਦੀ, ਸਿਆਣੇ ਬਣ ਦੱਸਣ ਦੀ, ਸੁੱਚੇ ਬਣ ਦੱਸਣ ਦੀ ਕਰ ਰਿਹਾ। ਕਿਉਂ ਆਪਣੀ ਜ਼ਿੰਦਗੀ ਦਾ ਸਮਾਂ ਵੇਸਟ ਕਰ ਰਿਹਾ, ਕਿਉਂ ਆਪਣੀ ਸ਼ਕਤੀ ਜਿਹੜੀ ਹੈ ਇਹਨਾਂ ਪਖੰਡਾਂ ਵਿੱਚ, ਇਹਨਾਂ ਦੰਭਾਂ ਦੇ ਵਿੱਚ, ਮਨਮੁਖਤਾਈ ਬਿਰਤੀਆਂ 'ਚ ਬਤੀਤ ਕਰਦੇ ਹੋ। ਮੁੜੋ ਮਹਾਰਾਜ ਕਹਿੰਦੇ ਹਿਰੈ ਪਰ ਦਰਬ ਉਦਰ ਕਹਿ ਤਾਈ, ਦੂਜਿਆਂ ਦਾ ਧਨ ਦੇਖ ਕੇ ਇਹ ਮੇਰਾ ਕਿਵੇਂ ਹੋ ਜਾਏ, ਮੇਰੀਆਂ ਭੁੱਖਾਂ ਮਿਟ ਜਾਣ। ਅਗਨ ਨਾ ਨਿਵਰੈ ਤ੍ਰਿਸ਼ਨਾ ਨਾ ਬੁਝਾਈ, ਮਹਾਰਾਜ ਕਹਿੰਦੇ ਅੱਗਾਂ ਨਹੀਂ ਬੁਝਣੀਆਂ ਤੁਹਾਡੇ ਅੰਦਰ ਦੀਆਂ, ਇਹ ਅੱਗਾਂ ਨੇ ਤਪਾਉਂਦੇ ਰਹਿਣਾ ਤੁਹਾਨੂੰ, ਤੁਹਾਡੀ ਤ੍ਰਿਸ਼ਨਾ ਨੇ ਕਦੀ ਵੀ ਮਿਟਣਾ ਨਹੀਂ, ਭੁੱਖ ਮਿਟਣੀ ਨਹੀਂ। ਹਰ ਸੇਵਾ ਬਿਨ ਇਹ ਫਲ ਲਾ ਕੇ ਯਾਦ ਰੱਖਿਓ, ਵਾਹਿਗੁਰੂ ਜੀ ਦੇ ਨਾਮ ਸਿਮਰਨ ਤੋਂ ਬਿਨਾਂ, ਗੁਣਾਂ ਦੇ ਚੇਤੇ ਤੋਂ ਬਿਨਾਂ, ਮਹਾਰਾਜ ਕਹਿੰਦੇ ਇਹ ਫਲ ਮਿਲਣੇ ਨੇ, ਇਹ ਨਤੀਜੇ ਨਿਕਲਣੇ ਆ ਤੁਹਾਡੇ ਜੀਵਨ ਵਿੱਚੋਂ। ਨਾਨਕ ਪ੍ਰਭ ਬਿਸਰਤ ਮਰ ਜੰਮੈ ਅਭਾਗੇ, ਮਹਾਰਾਜ ਕਹਿੰਦੇ ਜਿਹੜੇ ਅਭਾਗੇ ਲੋਕ ਨੇ, ਬਦਕਿਸਮਤ ਲੋਕ ਨੇ, ਜਿਨ੍ਹਾਂ ਨੂੰ ਸਵਾਏ ਦੁਖੀ ਹੋਣ ਤੋਂ, ਚਿੰਤਤ ਹੋਣ ਤੋਂ ਹੋਰ ਲੱਭਦਾ ਹੀ ਕੁਛ ਨਹੀਂ ਆਪਣੇ ਜੀਵਨ ਵਿੱਚ। ਸਾਰੀ ਜ਼ਿੰਦਗੀ ਹੱਥ ਪੈਰ ਮਾਰਦੇ ਰਹਿੰਦੇ, ਪੁੱਠੇ ਸੋਚਣਾ, ਪੁੱਠੇ ਤਰੀਕੇ ਨਾਲ ਦੇਖਣਾ, ਪੁੱਠੇ ਤਰੀਕੇ ਨਾਲ ਬੋਲਣਾ,